ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਬਿਜ਼ਨਸ ਕਨੈਕਟ ਦੇ ਵਿੱਚ ਸਵਾਗਤ ਹੈ। ਤੁਹਾਨੂੰ ਪਤਾ ਹੈ ਕਿ ਇੰਸ਼ੋਰੈਂਸ ਸਾਡੇ ਲਈ ਕਿੰਨੀ ਜ਼ਰੂਰੀ ਹੈ ਤੇ ਅਸੀਂ ਟਾਈਮ ਟੂ ਟਾਈਮ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਂਦੇ ਰਹਿੰਦੇ ਹਾਂ ਕਿ ਕਿਸ ਤਰ੍ਹਾਂ ਦੀ ਸਾਨੂੰ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਤੇ ਕੀ ਕੁਝ ਸਾਨੂੰ ਪ੍ਰੀ ਪਲਾਨ ਕਰਨਾ ਚਾਹੀਦਾ ਇੰਸ਼ੋਰੈਂਸ ਲੈਣ ਵਾਸਤੇ। ਤੇ ਜੇ ਅਸੀਂ ਇੰਸ਼ੋਰੈਂਸ ਲੈ ਲਈ ਹੈ ਤਾਂ ਉਸ ਤੋਂ ਬਾਅਦ ਸਾਨੂੰ ਮੇਨਟੇਨੈਂਸ ਵਾਸਤੇ ਜਾਂ ਟਾਈਮ ਟੂ ਟਾਈਮ ਕੀ ਕੁਝ ਕਰਨਾ ਚਾਹੀਦਾ ਇੰਸ਼ੋਰੈਂਸ ਨੂੰ ਲੈ ਕੇ। ਸੋ ਅਮਰਿੰਦਰ ਨੱਡਾ ਜੀ ਪਲਾਨ ਇੰਸ਼ੋਰੈਂਸ ਤੋਂ ਟਾਈਮ ਟੂ ਟਾਈਮ ਆਉਂਦੇ ਰਹਿੰਦੇ ਨੇ ਸਟੂਡੀਓ ਦੇ ਵਿੱਚ ਤੇ ਸਾਨੂੰ ਦੱਸਦੇ ਰਹਿੰਦੇ ਨੇ ਸਾਨੂੰ ਕੀ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਸੋ ਅੱਜ ਫੇਰ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ, ਆਓ ਸਵਾਗਤ ਕਰ ਲੈਂਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਮਿਸਟਰ ਨੱਡਾ, ਸਵਾਗਤ ਹੈ ਜੀ। ਥੈਂਕ ਯੂ ਅਰਸ਼ ਜੀ, ਤੇ ਸਾਰੇ ਸਾਂਝਾ ਟੀਵੀ ਦੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਥੈਂਕ ਯੂ ਫॉर ਹੈਵਿੰਗ ਮੀ ਹੇਅਰ। ਬਿਲਕੁਲ। ਤੇ ਪਿਛਲਾ ਹਫਤਾ ਜਿਹੜਾ ਬਹੁਤ ਹੈਕਟਿਕ ਰਿਹਾ ਹੈਗਾ ਆ BC ਵਿੱਚ ਇਲੈਕਸ਼ਨ ਹੋਣ ਕਰਕੇ, ਪਰ ਹੁਣ ਦੁਬਾਰਾ ਅਸੀਂ ਜੇ ਹੁਣ ਇੰਸ਼ੋਰੈਂਸ ਦੀ ਇੰਡਸਟਰੀ ਦੇ ਵਿੱਚ ਆਈਏ ਤਾਂ ਉੱਥੇ ਕੀ ਕੁਝ ਚੱਲ ਰਿਹਾ, ਹੁਣ ਕੀ ਕੁਝ ਨਵਾਂ ਹੋ ਰਿਹਾ? ਹਾਂਜੀ ਦੇਖੋ ਜੀ, ਬਿਲਕੁਲ ਚਲੋ ਸ਼ੁਕਰ ਹੈ ਜੀ, ਇਲੈਕਸ਼ਨ ਵਾਲਾ ਕੰਮ ਤਾਂ ਨਿਬੜ ਗਿਆ। ਸਹੀ ਹੈ। ਪਰ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਜੀ ਨਾਲ ਨਾਲ ਦੇਖੋ ਹਰੇਕ ਕੰਪਨੀ ਆਪਣੇ ਨਵੇਂ ਪ੍ਰੋਡਕਟ ਲਾਂਚ ਕਰਦੀ ਰਹੀ ਹੈ ਤੇ ਕਰ ਰਹੀ ਹੈ ਹੁਣ ਵੀ। ਜਿੱਦਾਂ ਆਪਾਂ ਲਾਸਟ ਵਾਰੀ ਵੀ ਗੱਲ ਕੀਤੀ ਸੀਗੀ, ਜਿੱਦਾਂ ਡਿਸੇਬਿਲਿਟੀ ਦੇ ਪਲਾਨਸ ਕਈ ਕੰਪਨੀਆਂ ਨੇ ਕੀਤੇ ਸੀਗੇ, ਉਸੇ ਤਰ੍ਹਾਂ ਟਰਮ ਇੰਸ਼ੋਰੈਂਸ ਦੇ ਆਫਰਸ ਸੀਗੀਆਂ। ਤੇ ਹੁਣ ਕੀ ਕਰ ਰਹੀ ਹੈ ਜੀ, ਹੁਣ ਇੱਕ ਕੰਪਨੀ ਕੀ ਕਰ ਰਹੀ ਹੈ, ਉਹ ਕਹਿੰਦੀ ਵੀ ਓਕੇ ਜੇ ਕਿਸੇ ਨੂੰ ਕੈਂਸਰ ਵੀ ਹੋ ਵੀ ਚੁੱਕਾ ਹੈ, ਅਸੀਂ ਫਿਰ ਵੀ ਉਹਨਾਂ ਨੂੰ ਕੈਂਸਰ ਤੋਂ ਬਾਅਦ ਹੋਣ ਦੇ ਬਾਵਜੂਦ ਵੀ ਅਸੀਂ ਉਹਨਾਂ ਨੂੰ ਕ੍ਰਿਟੀਕਲ ਇਲਨੈਸ ਵੀ ਅਸੀਂ ਇੰਸ਼ੋਰ ਕਰਾਵਾਂਗੇ। ਓਕੇ। ਸੋ ਉਹਦਾ ਮਤਲਬ ਇਹ ਹੈ ਕਿ ਦੇਖੋ ਪਹਿਲਾਂ ਇਹ ਹੁੰਦਾ ਸੀਗਾ ਵੀ ਜਦੋਂ ਵੀ ਆਪਾਂ ਕ੍ਰਿਟੀਕਲ ਇੰਸ਼ੋਰੈਂਸ ਦੀ ਗੱਲ ਕਰਦੇ ਸੀਗੇ, ਉਹਦੇ 'ਚ ਇਹ ਹੁੰਦਾ ਸੀ ਵੀ ਜੇ ਤੁਸੀਂ ਕੋਈ ਵੀ ਤੁਹਾਨੂੰ ਕੋਈ ਬਿਮਾਰੀ ਡਾਇਗਨੋਸ ਹੋ ਜਾਂਦੀ ਹੈ, 25 ਤੋਂ ਲੈ ਕੇ 30 ਬਿਮਾਰੀਆਂ ਮੋਸਟਲੀ ਕੰਪਨੀਆਂ ਕਵਰ ਕਰਦੀਆਂ ਨੇ, ਉਹਨਾਂ 'ਚ ਕੋਈ ਵੀ ਬਿਮਾਰੀ ਡਾਇਗਨੋਸ ਹੋ ਜਾਂਦੀ ਸੀ, ਤੁਹਾਨੂੰ ਲਮਸਮ ਪੈਸੇ ਮਿਲ ਜਾਂਦੇ ਸੀਗੇ। ਉਸ ਤੋਂ ਬਾਅਦ ਕੀ ਹੁੰਦਾ ਸੀਗਾ ਵੀ ਉਸ ਪਰਟੀਕੂਲਰ ਬਿਮਾਰੀ ਨਾਲ ਜੇ ਤੁਹਾਨੂੰ ਉਸ ਤੋਂ ਬਾਅਦ ਉਹ ਕਵਰੇਜ ਨਹੀਂ ਮਿਲਦੀ ਸੀ। ਹੁਣ ਕੰਪਨੀ ਕੀ ਕਹਿ ਰਹੀ ਹੈ ਕਿ ਹੁਣ ਦੇਖੋ ਕੈਂਸਰ ਬਹੁਤ ਕਾਮਨ ਹੈ ਜੀ ਇੱਥੇ, ਐਵਰੀ ਸੈਕੰਡ ਪਰਸਨ ਇਨ ਕੈਨੇਡਾ ਇਜ਼ ਗੈਟਿੰਗ ਡਾਇਗਨੋਸਡ। ਸੋ ਉਸ ਕਰਕੇ ਉਹਨਾਂ ਨੇ ਕੀ ਕੀਤਾ, ਉਹ ਕਹਿੰਦੇ ਵੀ ਜੇ ਤੁਸੀਂ ਸਰਵਾਈਵ ਕਰ ਜਾਂਦੇ ਹੋ ਕੈਂਸਰ ਤੋਂ ਬਾਅਦ, ਉਸ ਤੋਂ ਬਾਅਦ ਦੁਬਾਰਾ ਵੀ ਤੁਹਾਨੂੰ ਅਸੀਂ ਕ੍ਰਿਟੀਕਲ ਇਲਨੈਸ ਦੇਵਾਂਗੇ। ਸੋ ਇਹ ਬਹੁਤ ਵੱਡਾ ਇੱਕ ਜਿੱਦਾਂ ਕਹਿ ਲਓ ਕਿ ਸਟੈਪ ਟੇਕਨ ਬਾਈ ਇੰਸ਼ੋਰੈਂਸ ਕੰਪਨੀ, ਕਿਉਂਕਿ ਇੰਸ਼ੋਰੈਂਸ ਕੰਪਨੀ ਇੱਦਾਂ ਰਿਸਕ ਲੈ ਕੇ ਰਾਜੀ ਨਹੀਂ ਹੁੰਦੀਆਂ। ਸੋ ਇੱਕ ਇਹ ਵੀ ਚੀਜ਼ ਹੈ ਜੀ ਨਵੀਂ ਜਿਹੜੀ ਚੱਲ ਰਹੀ ਹੈ। ਇਹਦੇ ਨਾਲ ਨਾਲ ਜੀ ਦੇਖੋ ਅਲੱਗ-ਅਲੱਗ ਜਿਵੇਂ ਕੰਪਨੀਜ਼ ਦੇ ਅਲੱਗ-ਅਲੱਗ ਪ੍ਰਮੋਸ਼ਨਸ, ਅਲੱਗ-ਅਲੱਗ ਪਲਾਨਸ ਆ ਰਹੇ ਨੇ। ਸੋ ਜਦੋਂ ਵੀ ਐਡਵਾਈਜ਼ਰ ਨਾਲ ਹੁਣ ਬਿਲਕੁਲ ਸਹੀ ਟਾਈਮ ਹੈ ਜੀ, ਕੋਈ ਵੀ ਇੰਸ਼ੋਰੈਂਸ ਲੈਣ ਬਾਰੇ ਵਿਚਾਰ ਕਰ ਰਿਹਾ ਕਿ ਆਪਣੇ ਐਡਵਾਈਜ਼ਰ ਨਾਲ ਬੈਠ ਕੇ ਸਲਾਹ ਕਰ ਲਓ ਵੀ ਓਕੇ ਉਹ ਕਿੰਨੀਆਂ ਕੰਪਨੀਆਂ ਨਾਲ ਕੰਮ ਕਰ ਰਹੇ ਨੇ ਤੇ ਉਹਨਾਂ ਕੋਲ ਉਹ ਪ੍ਰਮੋਸ਼ਨਸ ਅਵੇਲੇਬਲ ਹੈਗੀਆਂ ਨੇ ਕਿ ਨਹੀਂ ਹੈਗੀਆਂ। ਜੀ ਬਿਲਕੁਲ। ਕ੍ਰਿਟੀਕਲ ਇੰਸ਼ੋਰੈਂਸ ਦੀ ਤੁਸੀਂ ਗੱਲ ਕੀਤੀ ਆ, ਹੁਣ ਮੰਨ ਲਓ ਕਿ ਕਿਸੇ ਨੇ ਕ੍ਰਿਟੀਕਲ ਇੰਸ਼ੋਰੈਂਸ ਬਾਏ ਕੀਤੀ ਹੋਈ ਆ ਆਲਰੇਡੀ, ਪਰ ਵਧੀਆ ਹੋਇਆ ਕਿ ਉਹਨਾਂ ਨੇ ਯੂਜ਼ ਨਹੀਂ ਕੀਤੀ ਕਦੇ ਵੀ, ਕਿਉਂਕਿ ਉਹਨਾਂ ਨੂੰ ਕਦੇ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਿਆ ਹੈਗਾ। ਸੋ ਕ੍ਰਿਟੀਕਲ ਇੰਸ਼ੋਰੈਂਸ ਉਹਨਾਂ ਦੇ ਬਾਈ ਕੀਤੀ ਹੋਈ ਆ, ਉਹਨਾਂ ਦੇ ਕੋਲ ਪਈ ਹੈਗੀ ਹੈ, ਪਰ ਹੁਣ ਕੋਈ ਇਹੋ ਜਿਹਾ ਕੋਈ ਪਲਾਨ ਹੈਗਾ ਆ ਜਾਂ ਉਹ ਜਿਹੜੀ ਇੰਸ਼ੋਰੈਂਸ ਉਹਨਾਂ ਨੇ ਬਾਈ ਕੀਤੀ ਹੋਈ ਹੈ ਉਹਦੇ 'ਚ ਉਹਨਾਂ ਮਨੀ ਬੈਕ ਲੈ ਸਕਦੇ ਆ? ਹਾਂਜੀ, ਓਕੇ। ਉਹਦੇ 'ਚ ਇੱਦਾਂ ਹੁੰਦਾ ਜੀ, ਮਨੀ ਬੈਕ ਦੇਖੋ ਜਦੋਂ ਵੀ ਆਪਾਂ ਕੋਈ ਵੀ ਕ੍ਰਿਟੀਕਲ ਇਲਨੈਸ ਦਾ ਪਲਾਨ ਲੈਂਦੇ ਹਾਂ, ਜੇ ਬਿਲਕੁਲ ਬੰਦੇ ਸੇ ਠੀਕ ਰਵੇ, ਹੁਣ ਤੁਸੀਂ 15 ਸਾਲ 20 ਸਾਲ ਤੁਹਾਨੂੰ ਹੋ ਗਿਆ ਪ੍ਰੀਮੀਅਮ ਦਿੰਦੇ ਨੂੰ, ਤੁਹਾਨੂੰ ਕੋਈ ਬਿਮਾਰੀ ਡਾਇਗਨੋਸ ਨਹੀਂ ਹੁੰਦੀ, ਤੁਸੀਂ ਸੋਚਦੇ ਹੋ ਓਕੇ ਠੀਕ ਹੈ ਜੀ ਵੀ ਹੁਣ ਸਾਨੂੰ ਇੰਸ਼ੋਰੈਂਸ ਦੀ ਲੋੜ ਨਹੀਂ, ਸਾਨੂੰ ਅਸੀਂ ਪੈਸੇ ਵਾਪਸ ਲੈਣੇ ਆ। ਪਰ ਇਹ ਪਲਾਨ 'ਚ ਤੁਹਾਨੂੰ ਪੈਸੇ ਵਾਪਸ ਮਿਲ ਜਾਂਦੇ ਆ, ਜਿੰਨਾ ਵੀ ਤੁਸੀਂ ਪ੍ਰੀਮੀਅਮ ਦਿੱਤਾ ਸਾਰੇ ਦਾ ਸਾਰਾ ਮੁੜ ਜਾਂਦਾ। ਪਰ ਇਹ ਤਾਂ ਡਿਪੈਂਡ ਕਰਦਾ ਜਦੋਂ ਤੁਸੀਂ ਪਲਾਨ ਲਿਆ ਸੀ ਉਦੋਂ ਤੁਸੀਂ ਉਹ ਆਪਸ਼ਨ ਸਿਲੈਕਟ ਕੀਤੀ ਵੀ ਸੀ ਕਿ ਨਹੀਂ। ਸੋ ਉਹ ਇਸ ਕਰਕੇ ਹੁੰਦਾ ਜੀ, ਦੇਖੋ ਕਈ ਵਾਰੀ ਆਪਾਂ ਜਦੋਂ ਬਹਿੰਦੇ ਆ ਐਡਵਾਈਜ਼ਰ ਨਾਲ, ਆਪਾਂ ਮੋਸਟਲੀ ਆਪਣਾ ਜਿੱਦਾਂ ਮੈਂ ਦੇਖਿਆ ਫੋਕਸ ਹੁੰਦਾ ਪ੍ਰਾਈਸ ਤੇ, ਪ੍ਰੀਮੀਅਮ ਕਿੰਨਾ ਹੈ, ਕਿੰਨੇ ਪੈਸੇ ਮੈਨੂੰ ਬਚਦੇ ਆ, ਪ੍ਰੀਮੀਅਮ ਤੇ ਸਾਰਾ ਆਪਣਾ ਫੋਕਸ ਹੁੰਦਾ ਆ। ਤਾਂ ਆਪਾਂ ਕਈ ਚੀਜ਼ਾਂ ਜਿਹੜੀਆਂ ਇੰਪੋਰਟੈਂਟ ਨੇ ਉਹ ਆਪਾਂ ਭੁੱਲ ਜਾਂਦੇ ਹਾਂ। ਸੋ ਇਹ ਇੱਕ ਬਹੁਤ ਜ਼ਰੂਰੀ ਚੀਜ਼ ਆ। ਮੈਂ ਹਮੇਸ਼ਾ ਆਪਣੇ ਕਲਾਇੰਟਸ ਨੂੰ ਦੱਸਦਾ ਹਾਂ ਜਦੋਂ ਵੀ ਮੇਰੇ ਨਾਲ ਬੈਠ ਕੇ ਉਹ ਕਰਦੇ ਆ, ਆਈ ਆਲਵੇਸ ਮੇਕ ਸ਼ੋਰ ਦੇ ਅੰਡਰਸਟੈਂਡ ਕਿ ਜੇ ਅੱਜ ਆਪਾਂ ਇਹ ਆਪਸ਼ਨ ਸਿਲੈਕਟ ਕਰਦੇ ਹਾਂ, ਉਹਦਾ ਅਪ ਫਰੰਟ ਤੁਹਾਨੂੰ ਥੋੜਾ ਪੈਸੇ ਜ਼ਿਆਦਾ ਦੇਣੇ ਪੈਣਗੇ, ਪਰ ਐਂਡ ਆਫ ਦਾ ਟਰਮ 15 ਸਾਲ ਬਾਅਦ 20 ਸਾਲ ਬਾਅਦ ਤੁਹਾਡੇ ਕੋਲ ਚੋਇਸ ਹੈਗੀ ਹੈ। ਜੇ ਤੁਹਾਨੂੰ ਲੱਗਦਾ ਵੀ ਓਕੇ ਅਸੀਂ ਨਹੀਂ ਹੁਣ ਕੰਟੀਨਿਊ ਰੱਖਣੀ, ਸਾਨੂੰ ਸਾਰੇ ਪੈਸੇ ਵਾਪਸ ਚਾਹੀਦੇ ਆ, ਯੂ ਕੈਨ। ਪਰ ਉਹ ਹਮੇਸ਼ਾ ਧਿਆਨ ਰੱਖਿਓ ਹਰੇਕ ਪ੍ਰੋਡਕਟ 'ਚ ਨਹੀਂ ਹੈਗਾ, ਹਰੇਕ ਕੰਪਨੀ ਕੋਲ ਵੀ ਉਹ ਪਲਾਨ ਨਹੀਂ ਹੈਗੇ। ਸੋ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਵੀ ਅਗੇਨ ਕਿਹੜੀ ਕੰਪਨੀ ਨਾਲ ਆਪਾਂ ਉਹ ਪਲਾਨ ਲੈ ਰਹੇ ਹਾਂ ਤੇ ਉਹਦੇ 'ਚ ਉਹ ਆਪਸ਼ਨ ਅਵੇਲੇਬਲ ਮੇਰੇ ਕੋਲ ਹੈਗੀ ਵੀ ਹੈ ਜੀ। ਕਈ ਵਾਰ ਇਹ ਹੁੰਦਾ ਕਿ ਅਸੀਂ ਨਹੀਂ ਦੇਖਦੇ ਹੈਗੇ ਤੇ ਜਦੋਂ ਬਹੁਤ ਸਾਲ ਬੀਤ ਜਾਂਦੇ ਉਦੋਂ ਬਾਅਦ ਦੇਖਦੇ ਹਾਂ ਕਿ ਸ਼ਾਇਦ ਮੈਂ ਬਹੁਤ ਚੀਜ਼ ਮਨੀ ਹੈਗੀ ਹੈ ਇਨਵੈਸਟ ਕੀਤੀ ਹੈ, ਸ਼ਾਇਦ ਮੈਨੂੰ ਮਿਲ ਜੂਗੀ, ਪਰ ਉਹ ਤੁਹਾਡੀ ਮਨੀ ਹੈਗੀ ਜਿਹੜੀ ਗਈ, ਇੱਕ ਵਾਰ ਗਈ ਤਾਂ ਗਈ, ਵੋਂਟ ਕਮ ਬੈਕ, ਹੈ ਨਾ। ਹੁਣ ਜਦੋਂ ਅਸੀਂ ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਆ, ਉਹਦੇ ਵਿੱਚ ਹੁਣ ਇੰਜਰੀ ਜਦੋਂ ਹੁੰਦੀ ਹੈ ਤੇ ਨਾਲ ਇਲਨੈਸ, ਕੀ ਇਹ ਦੋਨੇ ਚੀਜ਼ਾਂ ਕਵਰ ਹੁੰਦੀਆਂ? ਦੇਖੋ ਜੀ ਅਗੇਨ ਇਹ ਡਿਪੈਂਡਿੰਗ ਅਪੋਨ ਜੋ ਤੁਸੀਂ ਪਲਾਨ ਲੈਂਦੇ ਹੋ ਉਹਦੇ ਵਿੱਚ ਤੁਸੀਂ ਸਿਰਫ ਆਪਣੀ ਇੰਜਰੀ ਦੀ ਕਰਵਾਈ ਸੀ ਕਿ ਤੁਸੀਂ ਆਪਣੀ ਨਾਲ ਦੀ ਨਾਲ ਇਲਨੈਸ ਵੀ ਕਵਰ ਕਰਵਾਈ ਸੀ। ਸੋ ਹਰੇਕ ਪਲਾਨ ਦੇ ਨਾਲ ਆਟੋਮੈਟਿਕਲੀ ਦੋਨੋਂ ਚੀਜ਼ਾਂ ਕਵਰ ਨਹੀਂ ਹੁੰਦੀਆਂ। ਸੋ ਜਦੋਂ ਵੀ ਆਪਾਂ ਡਿਸੇਬਿਲਿਟੀ ਦੀ ਗੱਲ ਕਰਦੇ ਹਾਂ, ਥੋੜਾ ਜਿਹਾ ਮੈਂ ਇਹਨੂੰ ਐਕਸਪਲੇਨ ਕਰਦਾ ਪ੍ਰੋਪਰਲੀ। ਡਿਸੇਬਿਲਿਟੀ ਦੇ ਵਿੱਚ ਇਹ ਹੁੰਦਾ ਜੀ ਜਦੋਂ ਮੈਂ ਆਪਣਾ ਪੇ ਚੈੱਕ ਪ੍ਰੋਟੈਕਟ ਕਰ ਰਿਹਾ। ਸੋ ਇਨ ਅਦਰ ਵਰਡਸ ਮੇਰੇ ਕਿਸੇ ਰੀਜ਼ਨ ਕਰਕੇ ਸੱਟ ਲੱਗ ਗਈ, ਆਪਾਂ ਪਹਿਲਾਂ ਸੱਟ ਵਾਲੀ ਗੱਲ ਕਰਦੇ ਹਾਂ, ਚਾਹੇ ਕੰਮ ਤੇ ਲੱਗੀ, ਚਾਹੇ ਮੈਨੂੰ ਘਰੇ ਲੱਗੀ, ਚਾਹੇ ਮੈਂ ਕਿਤੇ ਵੈਕੇਸ਼ਨ ਤੇ ਸੀ, ਚਾਹੇ ਮੈਂ ਬਾਹਰ ਘੁੰਮਣ ਫਿਰਨ ਗਿਆ ਸੀ, ਜਿੱਥੇ ਮਰਜ਼ੀ ਸੀ ਮੇਰੇ ਸੱਟ ਲੱਗ ਗਈ। ਉਹ ਉਸ ਸੱਟ ਕਰਕੇ ਮੈਂ ਹੁਣ ਕੰਮ ਤੇ ਨਹੀਂ ਜਾ ਸਕਦਾ
ਜੇ ਮੈਂ ਆਪਣੀ $2000 ਪਰ ਮੰਥ ਜਾਂ $3000 ਪਰ ਮੰਥ ਦਾ ਮੈਂ ਬੈਨੀਫਿਟ ਲਿਆ ਸੀ, ਉਹਨੇ ਮੈਨੂੰ ਉਹ ਪੈਸੇ ਆਣੇ ਸ਼ੁਰੂ ਹੋ ਜਾਣੇ ਆ ਜੀ, ਜਦ ਤੱਕ ਮੈਂ ਠੀਕ ਨਹੀਂ ਹੁੰਦਾ। ਹੁਣ ਇਹਦੇ ਵਿੱਚ ਵੀ ਆਪਸ਼ਨਸ ਨੇ ਵੀ ਤੁਸੀਂ ਕਿੰਨੀ ਦੇਰ ਤੱਕ ਦੀ ਕਰਵਾਈ ਹੋਈ ਹੈ। ਸੋ ਆਪਸ਼ਨਸ ਇਹ ਹੁੰਦੀਆਂ ਵੀ ਓਕੇ ਮੇਰੇ ਕੋਲ 2 ਸਾਲ ਤੱਕ ਮੈਨੂੰ ਬੈਨੀਫਿਟ ਮਿਲਣਾ, ਕਿ ਮੈਨੂੰ 5 ਸਾਲ ਤੱਕ ਮਿਲਣਾ, ਕਿ ਮੈਨੂੰ 70 ਸਾਲ ਤੱਕ ਬੈਨੀਫਿਟ ਮਿਲਣਾ। ਉਸ ਹਿਸਾਬ ਨਾਲ ਤੁਹਾਡਾ ਜਿਹੜਾ ਪ੍ਰੀਮੀਅਮ ਆ, ਜਿਹੜੀ ਮੰਥਲੀ ਕਿਸ਼ਤ ਆ, ਉਹ ਵੀ ਡਿਸਾਈਡ ਹੋ ਜਾਂਦੀ ਹੈ। ਸੋ ਇਸ ਕਰਕੇ ਜਦੋਂ ਵੀ ਆਪਾਂ ਡਿਸੇਬਿਲਿਟੀ ਇੰਸ਼ੋਰੈਂਸ ਕਰਵਾਉਣੀ ਆ, ਪਹਿਲੀ ਚੀਜ਼ ਜਿਹੜੀ ਮੋਸਟ ਇੰਪੋਰਟੈਂਟ ਆ ਉਹ ਇਹ ਦੇਖਣਾ ਹੈ ਕਿ ਮੈਨੂੰ ਸਿਰਫ ਆਪਣੀ ਸੱਟ ਵਾਲੀ ਚਾਹੀਦੀ ਹੈ ਕਿ ਮੈਨੂੰ ਨਾਲ ਇਲਨੈਸ ਵਾਲੀ ਵੀ ਚਾਹੀਦੀ ਹੈ। ਹੁਣ ਜੇ ਤੁਹਾਨੂੰ ਲੱਗਦਾ ਆ ਵੀ ਓਕੇ ਮੈਨੂੰ ਦੋਨੋਂ ਚਾਹੀਦੀਆਂ ਨੇ, ਮੈਨੂੰ ਸੱਟ ਵਾਲੀ ਵੀ ਤੇ ਇਲਨੈਸ ਵੀ, then you have to design your plan based on that। ਸਿਰਫ ਇਹ ਨਹੀਂ ਵੀ ਆਪਾਂ ਡਿਸੇਬਿਲਿਟੀ ਇੰਸ਼ੋਰੈਂਸ ਲੈ ਲਈ, ਮੈਂ ਸਾਈਨ ਕਰਤਾ ਵੀ ਹੁਣ ਦੋਨੋਂ ਆਟੋਮੈਟਿਕਲੀ ਕਵਰ ਹੋ ਗਈਆਂ, ਇਦਾਂ ਨਹੀਂ ਹੈਗੀਆਂ। ਬਹੁਤ ਵਾਰੀ ਮੈਨੂੰ ਕਾਲਸ ਵੀ ਇਸੇ ਰੀਜ਼ਨ ਕਰਕੇ ਆਉਂਦੀਆਂ ਜੀ ਵੀ ਸਾਡੀ ਜਦੋਂ ਅਸੀਂ ਕੀਤੀ ਸੀ ਜਾਂ ਸਾਨੂੰ ਨਹੀਂ ਸਮਝ ਲੱਗੀ ਜਾਂ ਸਾਨੂੰ ਸਮਝਾਇਆ ਨਹੀਂ ਗਿਆ, ਪਰ ਸਾਨੂੰ ਕਿਹਾ ਗਿਆ ਸੀ ਤੁਹਾਡਾ ਸਾਰਾ ਕੁਝ ਕਵਰਡ ਹੈ। ਉਹ ਹੁਣ ਦੋਨੋਂ ਪਾਸੇ ਹੋ ਸਕਦਾ ਐਡਵਾਈਜ਼ਰ ਕੋਲ ਗਲਤ ਇਨਫੋਰਮੇਸ਼ਨ ਹੋ ਗਈ ਹੋਵੇ, ਹੋ ਸਕਦਾ ਸੁਣਨ ਵਾਲੇ ਨੇ ਗਲਤ ਇਨਫੋਰਮੇਸ਼ਨ ਲੈ ਲਈ ਹੋਵੇ, ਪਰ ਕਦੀ ਵੀ ਇਹ ਨਹੀਂ ਹੁੰਦਾ ਵੀ ਇੱਕ ਪਲਾਨ 'ਚ ਆਟੋਮੈਟਿਕਲੀ ਦੋਨੋਂ ਚੀਜ਼ਾਂ ਕਵਰਡ ਹੁੰਦੀਆਂ ਨੇ। ਇਹ ਤੁਹਾਨੂੰ ਦੱਸਣਾ ਪੈਂਦਾ, ਤੁਸੀਂ ਆਪ ਉਹਨਾਂ ਨੂੰ ਡਿਸਕਸ ਕਰ ਸਕਦੇ ਹੋ, ਪ੍ਰੋਪਰਲੀ ਸਮਝਦੇ ਹੋ ਕਿ ਓਕੇ ਮੈਨੂੰ ਇਲਨੈਸ ਤੇ ਨਾਲ ਮੈਨੂੰ ਸੱਟ ਵਾਲੀ ਦੋਨੋਂ ਚਾਹੀਦੀਆਂ ਜਾਂ ਮੈਨੂੰ ਇਕਲੌਤੀ ਚਾਹੀਦੀ ਹੈ। ਕਿਉਂਕਿ ਲੋੜ ਦੇ ਮੁਤਾਬਿਕ ਤੁਸੀਂ ਦੱਸ ਸਕਦੇ ਹੋ ਕਿ ਕਿਹੜੀ ਇੰਸ਼ੋਰੈਂਸ ਚਾਹੀਦੀ ਹੈ। ਇਹ ਨਹੀਂ ਕਿ ਜੇ ਤੁਸੀਂ ਇੱਕ ਪ੍ਰੋਡਕਟ ਬਾਏ ਕੀਤਾ ਤੇ ਸਾਰਾ ਕੁਝ ਹੀ ਕਵਰ ਕਰੂਗਾ। ਬਿਲਕੁਲ। ਸੋ ਇਹ ਦੇਖਣਾ ਪੈਣਾ ਕਿ ਕਿਹੜਾ ਪ੍ਰੋਡਕਟ ਕੀ ਕਵਰ ਕਰਦਾ ਹੈਗਾ। ਹੁਣ ਕਈ ਵਾਰ ਅਸੀਂ ਇੰਸ਼ੋਰੈਂਸ ਤਾਂ ਲੈ ਲਈਦੀ ਹੈ, ਜਿਵੇਂ ਆਪਾਂ ਪਹਿਲਾਂ ਵੀ ਮੈਂ ਤੁਹਾਨੂੰ ਕਿਹਾ ਕਿ ਸਾਨੂੰ ਲੱਗਦਾ ਹੁੰਦਾ ਕਿ ਅਸੀਂ ਪੈਸੇ ਦੇ ਰਹੇ ਹੈਗੇ ਆ, ਅਸੀਂ ਪੇਮੈਂਟ ਕਰ ਰਹੇ ਹੈਗੇ ਆ, ਐਵਰੀ ਮੰਥ ਕਰ ਰਹੇ ਹੈਗੇ ਆ, ਸੋ ਉਹ ਸਾਨੂੰ ਸ਼ਾਇਦ ਬੈਨੀਫਿਟ ਹੋਊਗਾ ਅੱਗੇ ਜਾ ਕੇ, ਸ਼ਾਇਦ ਅਸੀਂ ਉਹ ਮਨੀ ਯੂਜ਼ ਕਰ ਸਕਦੇ ਹਾਂ, ਉਹ ਸੇਵਿੰਗ ਹੋ ਰਹੀ ਹੈ ਸਾਡੀ। ਕੀ ਅਸੀਂ ਇੰਸ਼ੋਰੈਂਸ ਨੂੰ ਸੇਵਿੰਗ ਟੂਲ ਦੀ ਤਰ੍ਹਾਂ ਵਰਤ ਸਕਦੇ ਹਾਂ? ਬਿਲਕੁਲ ਜੀ। ਕਈ ਇਹਦੇ ਵਿੱਚ ਪਲਾਨਸ ਇਦਾਂ ਦੇ ਹੈਗੇ ਜੀ ਜਿਹਦੇ ਵਿੱਚ ਨਾ ਤੁਹਾਡੀ ਸੇਵਿੰਗਸ, ਯਾਨੀ ਕਿ ਉਹਨੂੰ ਅਸੀਂ ਜੇ ਆਪਾਂ ਟੈਕਨੀਕਲ ਟਰਮ 'ਚ ਲੈ ਕੇ ਚੱਲੀਏ ਉਹਨੂੰ ਕੈਸ਼ ਵੈਲਿਊ ਕਹਿ ਦਿੰਦੇ ਆ ਜੀ। ਸੋ ਕੈਸ਼ ਵੈਲਿਊ ਇਨ ਦਾ ਸੈਂਸ ਇਹ ਹੈ ਵੀ ਅੱਜ ਮੈਂ ਇੰਸ਼ੋਰੈਂਸ ਕਰਵਾਈ, ਲਾਈਫ ਇੰਸ਼ੋਰੈਂਸ ਕਰਵਾ ਲਈ, ਉਹਦੇ ਵਿੱਚ ਇਹ ਹੈ ਕਿ ਮੈਂ ਇੱਕ ਸਮੇਂ ਤੱਕ 10 ਸਾਲ ਜਾਂ ਮੈਂ 20 ਸਾਲ ਤੱਕ ਪੈਸੇ ਦੇਣੇ ਆ, ਉਸ ਤੋਂ ਬਾਅਦ ਮੈਂ ਪੈਸਾ ਕੋਈ ਨਹੀਂ ਦੇਣਾ, ਪਰ ਜਿਹੜੇ ਮੈਂ ਪੈਸੇ ਦੇ ਰਿਹਾ ਉਹ ਉਹਦੀ ਗਰੋਥ ਵੀ ਹੋ ਰਹੀ ਹੈ, ਉਹ ਕੈਸ਼ ਵੈਲਿਊ ਬਣ ਰਹੀ ਹੈ ਮੇਰੀ ਪਾਲਿਸੀ ਦੇ ਵਿੱਚ। 20 ਸਾਲ ਤੋਂ ਬਾਅਦ ਮੇਰੀ ਪਾਲਿਸੀ 100 ਸਾਲ ਤੱਕ ਚੱਲਣੀ ਹੈ, ਪਰ ਜਿਹੜੇ ਮੈਂ ਪੈਸੇ ਮੈਂ ਉਸੇ ਟਾਈਮ ਤੱਕ ਦੇਣੇ ਆ, ਪਰ ਉਸ ਤੋਂ ਬਾਅਦ ਮੇਰੀ ਜਿਹੜੀ ਗਰੋਥ ਆ ਮਨੀ ਦੀ, ਇਹਨਾਂ ਨੂੰ ਕਹਿੰਦੇ ਜੀ ਪਾਰਟਿਸਿਪੇਟਿੰਗ ਪਾਲਿਸੀ। ਸੋ ਉਹਦੇ 'ਚ ਇਹ ਹੁੰਦਾ ਆ ਕਿ ਤੁਹਾਡੀ ਨਾਲ ਤਾਂ ਜਿਹੜੀ ਤੁਸੀਂ ਕੈਸ਼ ਵੈਲਿਊ ਉਹਦੀ ਵੀ ਗਰੋਥ ਹੋ ਰਹੀ ਹੈ, ਨਾਲ ਲੈਟਸ ਸੇ ਮੈਂ 5 ਲੱਖ ਦੀ ਸ਼ੁਰੂ ਕਰਾਈ ਸੀ, ਹੁਣ 20 ਸਾਲ ਬਾਅਦ ਮੇਰੀ ਜਿਹੜੀ 5 ਲੱਖ ਦੀ ਕਵਰੇਜ ਆ ਉਹ ਵੱਧ ਕੇ ਹੁਣ 6 ਲੱਖ ਹੋ ਚੁੱਕੀ ਹੈ, 7 ਲੱਖ ਹੋ ਚੁੱਕੀ ਹੈ, ਉਹ ਹਰੇਕ ਸਾਲ ਉਹ ਵੀ ਵੱਧਦੀ ਰਹਿੰਦੀ ਹੈ। ਸੋ ਦੋਨੋਂ ਚੀਜ਼ਾਂ ਨਾਲ ਵੱਧਦੀਆਂ ਨੇ। ਸੋ ਇਹਦੇ 'ਚ ਇਹ ਫਾਇਦਾ ਹੁੰਦਾ ਜੀ ਜਿੰਨੀ ਅਰਲੀ ਏਜ 'ਚ ਆਪਾਂ ਇੰਸ਼ੋਰੈਂਸ ਕਰਵਾਉਂਦੇ ਆ, ਇੱਕ ਤਾਂ ਉਹਦਾ ਪ੍ਰੀਮੀਅਮ ਸਸਤਾ ਪੈਂਦਾ ਹੈ, ਇੱਕ ਤੁਹਾਡੇ ਕੋਲ ਉਨੀ ਜ਼ਿਆਦਾ ਗਰੋਥ ਵੀ ਹੁੰਦੀ ਹੈ। ਹੁਣ ਅੱਜ ਕੋਈ ਇਹ ਸੋਚ ਕੇ ਕਰਵਾਇਆ ਵੀ ਓਕੇ ਠੀਕ ਹੈ ਜੀ ਮੈਂ ਇੰਸ਼ੋਰੈਂਸ ਵੀ ਕਰਵਾਉਣੀ ਹੈ ਪਰ ਨਾਲ ਮੈਨੂੰ ਸੇਵਿੰਗਸ ਵੀ ਚਾਹੀਦੀਆਂ, ਜਿਵੇਂ ਸੇਵਿੰਗ ਟੂਲ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਉਹਨਾਂ ਵਾਸਤੇ ਪਲਾਨ ਆ। ਕੱਲ ਨੂੰ 20 ਸਾਲ ਬਾਅਦ 30 ਸਾਲ ਬਾਅਦ ਜੇ ਉਹਨਾਂ ਨੂੰ ਲੋੜ ਪੈਂਦੀ ਹੈ, ਤੁਸੀਂ ਆਪ ਉਹਦੇ ਵਿੱਚੋਂ ਮਨੀ ਕੱਢ ਕੇ ਆਪਣੇ ਹੋਰ ਚੀਜ਼ਾਂ ਵਾਸਤੇ ਯੂਜ਼ ਵੀ ਕਰ ਸਕਦੇ ਹੋ। ਜੇ ਨਹੀਂ ਕੱਢਣੀ ਤੇ ਉਹ ਮਨੀ ਉੱਥੇ ਪਈ ਹੈ, ਉਹ ਗਰੋ ਹੋ ਰਹੀ ਹੈ, ਕੱਲ ਨੂੰ ਆਟੋਮੈਟਿਕਲੀ ਤੁਹਾਡੇ ਬੈਨੀਫਿਸ਼ਰੀ ਨੂੰ ਉਹ ਮਿਲ ਜਾਣੀ ਹੈ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਜਦੋਂ ਵੀ ਆਪਾਂ ਇਦਾਂ ਦੇ ਪਲਾਨ ਕੋਈ ਲੈਣਾ ਚਾਹੁੰਦੇ ਆ। ਇਹ ਸਾਰੀਆਂ ਕੰਪਨੀਆਂ ਜਿਹੜੀਆਂ ਉਹ ਪਾਰਟਿਸਿਪੇਟਿੰਗ ਪਾਲਿਸੀਜ਼ ਨਹੀਂ ਤੁਹਾਨੂੰ ਅਵੇਲੇਬਲ ਹੈਗੀਆਂ ਉਹਨਾਂ ਕੋਲ। ਸੋ ਇਸ ਕਰਕੇ ਅਗੇਨ ਆਪਣੇ ਐਡਵਾਈਜ਼ਰ ਨਾਲ ਬੈਠ ਕੇ ਪਹਿਲਾਂ ਸਮਝ ਲਓ ਵੀ ਜਿਹੜੀ ਪਾਲਿਸੀ ਮੈਂ ਕਰਵਾਉਣ ਜਾ ਰਿਹਾ ਜਾਂ ਜਾ ਰਹੀ ਹਾਂ ਉਹਦੇ ਵਿੱਚ ਮੇਰੇ ਕੋਲ ਆਪਸ਼ਨ ਹੈਗੀ ਵੀ ਹੈ ਕਿ ਨਹੀਂ ਹੈਗੀ। ਬੈਨੀਫਿਸ਼ਰੀ ਦੀ ਤੁਸੀਂ ਗੱਲ ਕੀਤੀ ਹੈਗੀ ਆ, ਹੁਣ ਜਦੋਂ ਅਸੀਂ ਇੰਸ਼ੋਰੈਂਸ ਲੈਂਦੇ ਹਾਂ ਕਿੰਨਾ ਕੁ ਜ਼ਰੂਰੀ ਹੁੰਦਾ ਕਿ ਅਸੀਂ ਬੈਨੀਫਿਸ਼ਰੀ ਦਾ ਨਾਮ ਐਡ ਕਰਾਈਏ ਵਿੱਚ? ਹਾਂਜੀ ਬਿਲਕੁਲ ਜੀ। ਦੇਖੋ ਬੈਨੀਫਿਸ਼ਰੀ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ ਇਨ ਦੈਟ ਰਿਸਪੈਕਟ। ਉਹਦਾ ਰੀਜ਼ਨ ਇਹ ਹੈ ਕਿ ਹੁਣ ਜਿੱਦਾਂ ਹਸਬੈਂਡ ਵਾਈਫ ਨੇ ਅੱਜ ਕਰਵਾ ਲਈ ਹੈ, ਹੁਣ ਜੇ ਹਸਬੈਂਡ ਜਦੋਂ ਉਹਨਾਂ ਨੇ ਇੰਸ਼ੋਰੈਂਸ ਕਰਵਾਈ ਸੀ ਉਦੋਂ ਲੈਟਸ ਸੇ ਉਹ ਮੈਰਿਡ ਨਹੀਂ ਸੀ, ਉਹਨਾਂ ਨੇ ਬੈਨੀਫਿਸ਼ਰੀ ਆਪਣਾ ਬ੍ਰਦਰ ਜਾਂ ਸਿਸਟਰ ਜਾਂ ਕੋਈ ਇਦਾਂ ਦੇ ਕੇਸ ਹੋ ਚੁੱਕੇ ਨੇ, ਪਹਿਲਾਂ ਵੀ ਹੋਏ ਨੇ, ਬਹੁਤ ਪਪੂਲਰ ਕੇਸਿਸ ਨੇ। ਉਹ ਬ੍ਰਦਰ ਨੇ ਆਪਣੇ ਬ੍ਰਦਰ ਨੂੰ ਬਣਾ ਦਿੱਤਾ, ਉਸ ਤੋਂ ਬਾਅਦ ਚ ਭੁੱਲ ਗਏ ਜੀ ਆਪਣੀ ਲਾਈਫ, ਮੈਰਿਡ ਹੋ ਗਏ ਦੋਨੋਂ, ਉਹਨਾਂ ਦੇ ਬੱਚੇ ਵੀ ਹੋ ਗਏ, ਬਿਜ਼ਨਸ ਗਰੋ ਕਰ ਗਏ, ਮਲਟੀ ਮਿਲੀਅਨਰ ਬਣ ਗਏ। ਉਹ ਪਾਲਿਸੀ ਵੀ ਜਿਹੜੀ ਸੀਗੀ ਕਾਫੀ ਅਮਾਊਂਟ ਦੀ ਕਰਵਾਈ ਹੋਈ ਸੀਗੀ, ਉਹਦੇ ਚ ਐਂਡ 'ਚ ਇਹ ਹੋਇਆ ਜੀ ਇੱਕ ਬ੍ਰਦਰ ਦੀ ਜਦੋਂ ਡੈਥ ਹੋਈ, ਉਹ ਜਿਹੜੀ ਹੁਣ ਫੈਮਿਲੀ ਨੇ ਕਿਹਾ ਵੀ ਓਕੇ ਅਸੀਂ ਬੈਨੀਫਿਸ਼ਰੀ ਹੋਣੇ ਚਾਹੀਦੇ ਆਟੋਮੈਟਿਕਲੀ, ਪਰ ਕੋਰਟ ਨੇ ਉਹਨਾਂ ਦੇ ਅਗੇਂਸਟ ਰੂਲ ਕਰਤਾ ਕਿਉਂਕਿ ਜਿਹੜਾ ਐਕਚੁਅਲ ਐਪਲੀਕੇਸ਼ਨ ਦੇ ਵਿੱਚ ਜਿਹੜਾ ਬੈਨੀਫਿਸ਼ਰੀ ਸੀ ਉਹ ਬ੍ਰਦਰ ਸੀ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਅੱਜ ਕਦੇ ਵੀ ਇੰਸ਼ੋਰੈਂਸ ਕਰਵਾ ਲਈਦੀ ਹੈ, ਹੋ ਸਕਦਾ ਅੱਜ ਆਪਣੀ ਸਿਚੁਏਸ਼ਨ ਡਿਫਰੈਂਟ ਹੈ, ਅੱਜ ਮੈਂ ਸਿੰਗਲ ਹਾਂ ਜਾਂ ਅੱਜ ਮੈਂ ਮੈਰਿਡ ਜਾਂ ਕੱਲ੍ਹ ਨੂੰ ਮੇਰੇ ਬੱਚੇ ਹੋਣੇ ਆ ਜਾਂ ਮੈਂ ਕਿਹਨੂੰ ਬੈਨੀਫਿਸ਼ਰੀ ਸਿਲੈਕਟ ਕਰਨਾ ਉਹ ਮੇਰੀ ਚੋਇਸ ਆ। ਬੈਨੀਫਿਸ਼ਰੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਨਾਲ ਦੀ ਨਾਲ ਇਹ ਵੀ ਹੁੰਦੀ ਜੀ ਤੁਹਾਡੇ ਕੋਲ ਆਪਸ਼ਨ ਇਹ ਨਹੀਂ ਕਿ ਵੀ ਅੱਜ ਮੈਂ ਇੱਕ ਵਾਰੀ ਬੈਨੀਫਿਸ਼ਰੀ ਬਣਾ ਦਿੱਤਾ ਵੀ ਕੱਲ੍ਹ ਨੂੰ ਮੈਂ ਬੈਨੀਫਿਸ਼ਰੀ ਚੇਂਜ ਨਹੀਂ ਕਰ ਸਕਦਾ। ਤੁਸੀਂ ਜਦੋਂ ਮਰਜ਼ੀ ਬੈਨੀਫਿਸ਼ਰੀ ਚੇਂਜ ਵੀ ਕਰ ਸਕਦੇ ਹੋ ਐਜ਼ ਲੌਂਗ ਐਜ਼ ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਭਰੀ ਸੀ ਉਹਦੇ ਵਿੱਚ
ਟੈਕਨੀਕਲ ਟਰਮ ਹੁੰਦੀ ਹੈ ਜੀ ਰਿਵੋਕੇਬਲ ਤੇ ਇਰਰਿਵੋਕੇਬਲ। ਉਹ ਮੇਕ ਸ਼ੋਰ ਕਰਨਾ ਹੈ ਵੀ ਤੁਸੀਂ ਆਪਣੇ ਐਡਵਾਈਜ਼ਰ ਨੂੰ ਦੱਸ ਦਿਓ ਵੀ ਮੈਂ ਚੇਂਜ ਕੱਲ ਨੂੰ ਕਰਵਾ ਸਕਦਾ, ਸੋ ਇਸ ਕਰਕੇ ਮੇਰੀ ਉਹ ਵਾਲੀ ਆਪਸ਼ਨ ਸਿਲੈਕਟ ਕੀਤੀ ਜਾਵੇ ਤਾਂ ਕਿ ਮੈਂ ਕੱਲ ਨੂੰ ਜੇ ਮੈਂ ਚੇਂਜ ਕਰਨਾ ਬੈਨੀਫਿਸ਼ਰੀ, ਅੱਜ ਮੈਂ ਆਪਣਾ ਬ੍ਰਦਰ ਆ, ਕੱਲ ਨੂੰ ਮੈਂ ਹੋ ਸਕਦਾ ਮੈਂ ਆਪਣੀ ਵਾਈਫ ਨੂੰ ਬਣਾਉਣਾ ਹੋਵੇ ਜਾਂ ਬੱਚਿਆਂ ਨੂੰ ਜਾਂ ਕਿਸੇ ਹੋਰ ਨੂੰ ਵੀ, ਸੋ ਮੈਂ ਉਹ ਮੇਰੇ ਕੋਲ ਆਪਸ਼ਨ ਚਾਹੀਦੀ ਹੈ। ਕੋਈ ਵੀ ਟਾਈਮ ਪੀਰੀਅਡ ਨਹੀਂ ਹੁੰਦਾ ਕਿ ਇੰਨੇ ਟਾਈਮ ਬਾਅਦ ਤੁਸੀਂ ਬੈਨੀਫਿਸ਼ਰੀ ਚੇਂਜ ਕਰਨਾ, ਕਦੇ ਵੀ ਕਰ ਸਕਦੇ ਹੋ ਤੁਸੀਂ ਕਦੀ ਵੀ ਕਰ ਸਕਦੇ ਹੋ ਜੀ, ਐਨੀ ਟਾਈਮ ਜਦੋਂ ਵੀ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਤੁਹਾਨੂੰ ਰਿਟਨ ਦੇ ਵਿੱਚ ਤੁਹਾਨੂੰ ਫਿਰ ਆਪਣੀ ਕੰਪਨੀ ਨੂੰ ਦੱਸਣਾ ਪੈਂਦਾ, ਉਹ ਐਡਵਾਈਜ਼ਰ ਵੀ ਕਰ ਸਕਦਾ ਤੁਹਾਡੇ ਬਿਹਾਫ ਤੇ, ਤੁਸੀਂ ਇੱਕ ਉਹਨਾਂ ਨੂੰ ਰਾਈਟਿੰਗ 'ਚ ਦੱਸਣਾ ਹੁੰਦਾ ਵੀ ਓਕੇ, ਫਾਰਮ ਹੁੰਦੇ ਅਲੱਗ-ਅਲੱਗ ਕੰਪਨੀਆਂ ਦੇ, ਤੁਸੀਂ ਉਹ ਫਾਰਮ ਫਿਲ ਕਰਕੇ ਵੀ ਤੁਸੀਂ ਆਹ ਬੈਨੀਫਿਸ਼ਰੀ ਨੂੰ ਚੇਂਜ ਕਰਕੇ ਤੁਸੀਂ ਆਹ ਬਣਾਉਣਾ ਚਾਹੁੰਦੇ ਹੋ, ਜਾਂ ਤੁਹਾਡੇ ਕੋਲ ਆਲਰੇਡੀ ਬੈਨੀਫਿਸ਼ਰੀ ਹੈਗਾ ਸੀਗਾ ਤੁਸੀਂ ਇੱਕ ਹੋਰ ਐਡ ਕਰਨਾ ਚਾਹੁੰਦੇ ਹੋ, ਸੋ ਇਦਾਂ ਤੁਸੀਂ ਉਹ ਬੈਨੀਫਿਸ਼ਰੀ, ਇੱਕ ਬਹੁਤ ਹੀ ਜ਼ਰੂਰੀ ਇਹ ਟਰਮ ਹੈ ਜੀ ਬੈਨੀਫਿਸ਼ਰੀ, ਤੇ ਇਹਨੂੰ ਹਰੇਕ ਨੂੰ ਪ੍ਰੋਪਰਲੀ ਟਾਈਮ ਬਾਏ ਟਾਈਮ ਆਪਣਾ ਇਹ ਜ਼ਰੂਰ ਦੇਖਦੇ ਰਹਿਣਾ ਚਾਹੀਦਾ। ਜਿਵੇਂ ਆਪਾਂ ਸੇਵਿੰਗ ਟੂਲ ਦੀ ਗੱਲ ਕੀਤੀ ਸੀਗੀ ਪਹਿਲੇ ਕੁਐਸਚਨ ਦੇ ਵਿੱਚ ਕਿ ਸੇਵਿੰਗ ਟੂਲ ਬਣ ਸਕਦਾ ਹੈਗਾ ਆ, ਕਈ ਵਾਰ ਅਸੀਂ ਉਹ ਆਪਸ਼ਨ ਨਹੀਂ ਲਿਆ ਹੁੰਦਾ ਕੈਸ਼ ਵੈਲਿਊ ਵਾਲਾ ਤੇ ਅਸੀਂ ਬਾਅਦ ਚ ਲੈ ਸਕਦੇ ਹਾਂ, ਸੋ ਪਹਿਲਾਂ ਤੇ ਬਾਅਦ ਵਿੱਚ ਕੋਈ ਪ੍ਰੀਮੀਅਰ ਦਾ ਵੀ ਫਰਕ ਪੈਂਦਾ, ਪੇਮੈਂਟ ਦਾ ਵੀ ਫਰਕ ਪੈਂਦਾ ਹੈ ਕਿ ਜੇ ਅਸੀਂ ਪਹਿਲਾਂ ਕੋਈ ਇੰਸ਼ੋਰੈਂਸ ਬਾਏ ਕੀਤੀ ਹੈ ਤਾਂ ਉਹਦਾ ਤੁਹਾਨੂੰ ਕੈਸ਼ ਜਿਵੇਂ ਤੁਸੀਂ ਪੇਮੈਂਟ ਕਰਦੇ ਹੋ ਘੱਟ ਹੋਊਗੀ, ਪਰ ਜਦੋਂ ਤੁਸੀਂ ਥੋੜੇ ਸਾਲਾਂ ਬਾਅਦ ਜਾਂ 5-6 ਸਾਲ ਬਾਅਦ ਕਹਿੰਦੇ ਨਹੀਂ ਮੈਨੂੰ ਤਾਂ ਕੈਸ਼ ਵੈਲਿਊ ਚਾਹੀਦੀ ਹੈ ਤੇ ਉਹਦਾ ਜਿਹੜੀ ਪੇਮੈਂਟ ਉਹ ਵੱਧ ਜਾਊਗੀ। ਦੇਖੋ ਇਦਾਂ ਹੁੰਦਾ ਜੀ, ਜਦੋਂ ਵੀ ਆਪਾਂ ਕੋਈ ਵੀ ਕੈਸ਼ ਵੈਲਿਊ ਵਾਲਾ ਪ੍ਰੋਡਕਟ ਸਿਲੈਕਟ ਕਰਦੇ ਆ ਉਹਦੇ 'ਚ ਇਹ ਸਮਝਣ ਦੀ ਬਹੁਤ ਲੋੜ ਹੈ ਕਿ 5-7 ਸਾਲਾਂ ਦੇ ਵਿੱਚ ਇੰਨੀ ਕੈਸ਼ ਵੈਲਿਊ ਨਹੀਂ ਬਣਦੀ। ਉਹ ਡਿਜ਼ਾਈਨ ਹੀ ਇਸ ਤਰੀਕੇ ਨਾਲ ਕੀਤੇ ਗਏ ਹੁੰਦੇ ਆ ਪਲਾਨ, ਡਿਪੈਂਡਿੰਗ ਅਪਨ ਤੁਸੀਂ ਹੁਣ 10 ਈਅਰ ਵਾਲਾ ਲੈ ਰਹੇ ਹੋ, 20 ਈਅਰ ਵਾਲਾ ਲੈ ਰਹੇ ਹੋ, ਤੁਸੀਂ ਪਾਰਟਿਸਿਪੇਟਿੰਗ ਲੈ ਰਹੇ ਹੋ ਜਾਂ ਨਾਨ ਪਾਰਟਿਸਿਪੇਟਿੰਗ ਲੈ ਰਹੇ ਹੋ, ਉਹਦੇ ਬਿਹਾਫ ਦੇ ਉੱਤੇ ਉਹ ਸਿਲੈਕਟ ਹੁੰਦਾ ਹੈ ਵੀ ਓਕੇ ਤੁਹਾਡੀ ਕੈਸ਼ ਵੈਲਿਊ ਕਿੰਨੀ ਹੋਊਗੀ। ਸੋ ਜਦੋਂ ਵੀ ਇਹ ਪਲਾਨ ਇੰਸ਼ੋਰੈਂਸ ਕੰਪਨੀ ਡਿਜ਼ਾਈਨ ਕਰਦੀਆਂ ਉਹਨਾਂ ਦਾ ਗੋਲ ਇਹੀ ਹੁੰਦਾ ਵੀ ਇਹਨੂੰ ਜਿੰਨਾ ਲੰਬਾ ਤੁਸੀਂ ਲੈ ਕੇ ਜਾਓਗੇ ਉਦੋਂ ਤੁਹਾਨੂੰ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ ਹੈ। ਫੋਰ ਐਗਜ਼ਾਮਪਲ ਜੇ ਮੈਂ ਹੁਣ 20 ਸਾਲ ਵਾਲੇ ਪਲਾਨ ਦੀ ਗੱਲ ਕਰਦਾ, ਉਹਦਾ ਜਿਹੜਾ ਐਕਚੁਅਲ ਬੈਨੀਫਿਟ ਤੁਹਾਨੂੰ ਹੋਣਾ ਆ ਉਹ 15-18 ਐਕਚੁਅਲੀ 20 ਸਾਲ ਤੋਂ ਬਾਅਦ ਚ ਜਾ ਕੇ ਤੁਹਾਨੂੰ ਫੁੱਲ ਜਿਹੜਾ ਉਹਦਾ ਬੈਨੀਫਿਟ ਹੁੰਦਾ ਆ ਉਦੋਂ, ਕਿਉਂਕਿ ਇੱਕ ਤਾਂ ਇਹ ਹੁੰਦਾ ਜੀ ਜਿਹੜਾ ਆਪਾਂ ਪ੍ਰੀਮੀਅਮ ਦੇ ਰਹੇ ਹਾਂ ਉਹ ਬੰਦ ਹੋ ਜਾਂਦਾ, ਤੁਸੀਂ ਹੁਣ ਕੋਈ ਮੰਥਲੀ ਪੇਮੈਂਟ ਨਹੀਂ ਕਰ ਰਹੇ। ਦੂਸਰੇ ਪਾਸਿਓਂ ਹਰ ਸਾਲ ਤੁਹਾਡੀ ਫਿਰ ਵੀ ਆਟੋਮੈਟਿਕਲੀ ਗਰੋਥ ਹੋਈ ਜਾ ਰਹੀ ਹੈ। ਤੁਸੀਂ ਦੇਖਦੇ ਹੋ ਕਿ ਓਕੇ ਮੈਂ ਐਤਕੀ ਮੇਰਾ 50,000 ਸੀਗਾ, ਅਗਲੇ ਸਾਲ ਰਿਪੋਰਟ ਆਉਂਦੀ ਹੁਣ ਤੁਹਾਡਾ 60,000 ਹੋ ਗਿਆ, ਤੇ ਕਹਿੰਦੇ ਕਮਾਲ ਹੈ ਵੀ ਮੈਂ ਪੈਸੇ ਵੀ ਨਹੀਂ ਦੇ ਰਿਹਾ ਫਿਰ ਵੀ ਵੱਧਦਾ ਜਾ ਰਿਹਾ। ਦੈਟ ਇਜ਼ ਦ ਫੀਲਿੰਗ ਐਂਡ ਉਹ ਐਕਚੁਅਲ ਹੁੰਦੀ ਹੈ। ਸੋ ਉਹਦੇ 'ਚ ਇੱਦਾਂ ਹੈ ਜੀ, ਦੇਖੋ ਜੇ ਕੋਈ ਅੱਜ ਸ਼ੁਰੂ ਕਰਦਾ ਤੁਹਾਡੇ ਕੋਲ ਚੋਇਸ ਹੁੰਦੀ ਹੈ, ਤੁਸੀਂ ਕਦੀ ਵੀ ਇਹਨੂੰ ਵਧਾ ਘਟਾ ਸਕਦੇ ਹੋ, ਪਰ ਇਹ ਹੈ ਕਿ ਜਿਵੇਂ ਹੁਣ ਮੈਂ ਅੱਜ ਸ਼ੁਰੂ ਕੀਤਾ, ਅੱਜ ਮੇਰੀ ਲੈਟਸ ਸੇ ਮੇਰੀ ਏਜ 20 ਸਾਲ ਹੈ ਅੱਜ, ਤੇ ਮੈਂ ਜਾਂ 25 ਸਾਲ ਦਾ ਵਟਐਵਰ, ਜਦੋਂ ਮੈਂ ਅੱਗੇ ਹੁਣ ਜੇ ਮੈਨੂੰ ਇਨਕਰੀਜ਼ ਕਰਦਾ ਉਦੋਂ ਮੈਂ 5 ਸਾਲ ਜਾਂ 10 ਸਾਲ ਬਾਅਦ ਕਰ ਰਿਹਾ, ਇੱਕ ਤਾਂ ਮੇਰੀ ਜਿਹੜੀ ਏਜ ਆ ਜੀ ਉਹ ਵੱਧ ਗਈ ਹੈ ਹੁਣ, ਤੇ ਉਸ ਤੋਂ ਬਾਅਦ ਜਿਹੜਾ ਹੁਣ ਮੈਨੂੰ ਜਦੋਂ ਮੈਂ ਵਧਾਊਂਗਾ ਮੇਰਾ ਜਿਹੜਾ ਪ੍ਰੀਮੀਅਮ ਆ ਉਸ ਏਜ ਤੋਂ ਸ਼ੁਰੂ ਹੋਣਾ ਆ। ਸੋ ਇਸ ਕਰਕੇ ਜਿਹੜੀ ਕਾਸਟ ਆ ਉਹ ਵੀ ਵੱਧ ਜਾਣੀ ਹੈ ਜੀ। ਸੋ ਇਸ ਕਰਕੇ ਜਦੋਂ ਵੀ ਇਦਾਂ ਦੇ ਪਲਾਨ ਕਰਾਉਂਦੇ ਆ ਕੋਸ਼ਿਸ਼ ਇਹੀ ਕਰੀਏ ਕਿ ਆਪਾਂ ਅੱਜ ਦੇਖ ਲਈਏ ਵੀ ਓਕੇ ਮੇਰੇ ਕੋਲੇ ਈਜ਼ੀਲੀ ਮੈਂ $200 ਜਾਂ ਮੈਂ $150 ਜਾਂ ਮੈਂ $300 ਅਫੋਰਡ ਕਰ ਸਕਦਾ, ਉਹਦੇ ਬੇਸ ਤੇ ਮੈਂ ਅੱਜ ਆਪਣੀ ਇਹ ਇੰਸ਼ੋਰੈਂਸ ਕਰਵਾ ਲਈ ਤੇ ਮੈਨੂੰ ਪਤਾ ਵੀ ਹੁਣ ਮੈਂ 20 ਸਾਲ ਮੈਂ ਇੰਨੇ ਦੇਣੇ। ਸੋ ਇਸ ਕਰਕੇ ਤੁਹਾਨੂੰ ਉਹ ਈਜ਼ੀ ਰਹਿੰਦਾ ਤੁਹਾਡੇ ਵਾਸਤੇ ਕੈਲਕੂਲੇਟ ਕਰਨਾ, ਤੁਹਾਨੂੰ ਇਹ ਨਹੀਂ, ਕਿਉਂਕਿ ਇੰਸ਼ੋਰੈਂਸ ਹਮੇਸ਼ਾ ਇਹ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਜੀ, ਕਦੀ ਵੀ ਆਪਾਂ ਨਾ ਇਹ ਨਾ ਕਰੀਏ ਵੀ ਓਕੇ 5 ਸਾਲ ਆਪਾਂ ਇੰਨੇ ਕੁ ਰੱਖ ਲੈਂਦੇ ਆ ਉਹ ਤੋਂ ਬਾਅਦ ਆਪਾਂ ਇੰਨੇ ਕੁ ਕਰ ਲੈਂਦੇ ਆ। ਨੋ, ਇਟਸ ਅ ਲੌਂਗ ਟਰਮ ਪਲਾਨ, ਪੇਸ਼ੈਂਸ ਚਾਹੀਦਾ ਤੇ ਨਾਲੇ ਇਸ ਕਰਕੇ ਜਦੋਂ ਵੀ ਤੁਸੀਂ ਐਡਵਾਈਜ਼ਰ ਨਾਲ ਬੈਠੋ ਜੀ ਚੰਗੀ ਤਰ੍ਹਾਂ ਸਮਝ ਲਓ ਕਿ ਇਹ ਪਲਾਨ ਦੇ ਵਿੱਚ ਜਿਹੜਾ ਮੈਂ ਪਲਾਨ ਮੈਂ ਲੈਣ ਲੱਗਾ ਉਹ ਜਿਹੜੀ ਉਹਦੀ ਰਿਕੁਆਇਰਮੈਂਟਸ ਨੇ ਜਾਂ ਜਿਹੜਾ ਉਹਦਾ ਟਾਈਮ ਫਰੇਮ ਆ ਵੀ ਉਸ ਤੱਕ ਮੁੱਕ ਵੀ ਜਾਊਗਾ 20 ਸਾਲ ਤੱਕ ਕਿ ਨਹੀਂ। ਸੋ ਬਹੁਤ ਇਦਾਂ ਦੇ ਕੇਸਿਸ ਸੁਣੀਦੇ ਆ ਜੀ, ਕਹਿ ਦਿੰਦੇ ਆ, ਮੈਨੂੰ ਲੱਗਦਾ ਬਹੁਤ ਕਨਫਿਊਜ਼ਨ ਵੀ ਹੈਗੀ ਆ ਵੀ ਕਿਹੜੇ ਹੈ, ਪਰ ਜਦੋਂ ਤੁਸੀਂ ਇੱਕ ਐਡਵਾਈਜ਼ਰ ਦੇ ਨਾਲ ਬੈਠਦੇ ਹੋ ਤੁਹਾਨੂੰ ਕਲੀਅਰ ਜ਼ਰੂਰ ਕਰ ਦਿੰਦੇ ਹੈਗੇ ਆ ਵੀ ਕੀ ਕੁਝ ਤੁਹਾਨੂੰ ਕਰਨਾ ਚਾਹੀਦਾ, ਤੁਹਾਡੀਆਂ ਕੀ ਲੋੜਾਂ ਹੈਗੀਆਂ ਨੇ ਉਹ ਦੱਸੋ ਤੇ ਉਹ ਤੁਹਾਨੂੰ ਫਿਰ ਤੁਹਾਡੇ ਅਕੋਰਡਿੰਗਲੀ ਪਲਾਨ ਦੱਸੂਗਾ। ਸੋ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦੇ ਰਹੇ ਹੋ। ਬ੍ਰੇਕ ਲਾ ਲੈਂਦੇ ਆ ਤੇ ਬ੍ਰੇਕ ਜ਼ਰੂਰ। ਸੋ ਪਲਾਨ ਇੰਸ਼ੋਰੈਂਸ ਤੋਂ ਮਿਸਟਰ ਨੱਡਾ ਦੇ ਨਾਲ ਗੱਲਬਾਤ ਹੋ ਰਹੀ ਹੈ, ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ। ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। ਵੈਲਕਮ ਬੈਕ ਆਫਟਰ ਅ ਸ਼ਾਰਟ ਬ੍ਰੇਕ। ਯੂ ਆਰ ਵਾਚਿੰਗ ਪ੍ਰੋਗਰਾਮ ਬਿਜ਼ਨਸ ਕਨੈਕਟ ਤੇ ਗੱਲਬਾਤ ਹੋ ਰਹੀ ਹੈ ਪਲਾਨ ਇੰਸ਼ੋਰੈਂਸ ਤੋਂ ਮਿਸਟਰ ਅਮਰਿੰਦਰ ਨੱਦਾ ਜੀ ਦੇ ਨਾਲ। ਆਓ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਹੋਰ ਇੰਸ਼ੋਰੈਂਸਸ ਦੇ ਬਾਰੇ ਪੁੱਛਦੇ ਹਾਂ। ਸੋ ਮਿਸਟਰ ਨੱਦਾ, ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀ ਕਿ ਬੈਨੀਫੀਸ਼ੀਅਰੀ ਹੋਣਾ ਚਾਹੀਦਾ, ਸਾਨੂੰ ਦੇਖਣਾ ਚਾਹੀਦਾ ਸਾਡੀਆਂ ਕੀ ਲੋੜਾਂ ਹੈਗੀਆਂ ਨੇ। ਹੁਣ ਜੇ ਅਸੀਂ ਮੌਰਗੇਜ ਦੀ ਗੱਲ ਕਰੀਏ, ਬਹੁਤ ਸਾਰੀਆਂ ਬੈਂਕਸ ਹੈਗੀਆਂ ਸਾਨੂੰ ਮੌਰਗੇਜ ਦੇ ਲਈ ਇੰਸ਼ੋਰੈਂਸ ਆਫਰ ਕਰਦੀਆਂ ਹੈਗੀਆਂ ਨੇ। ਹੁਣ ਸਾਨੂੰ ਕੀ ਬੈਂਕ ਤੋਂ ਹੀ ਮੌਰਗੇਜ ਲੈਣੀ ਚਾਹੀਦੀ ਹੈ ਜਾਂ ਫਿਰ ਕਿਸੇ ਪ੍ਰਾਈਵੇਟ ਕੰਪਨੀ ਤੋਂ ਲੈ ਲੈਣੀ ਚਾਹੀਦੀ ਹੈ? ਸੋ
ਕਿਹੜੀ ਸਾਨੂੰ ਜ਼ਿਆਦਾ ਫਾਇਦੇਮੰਦ ਹੋਵੇਗੀ? ਹਾਂਜੀ, ਜਦੋਂ ਵੀ ਆਪਾਂ ਮੌਰਗੇਜ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਜੀ, ਉਹਦੇ 'ਚ ਇੱਕ ਚੀਜ਼ ਧਿਆਨ ਦੀ ਰੱਖਣ ਦੀ ਇਹ ਲੋੜ ਆ, ਜਦੋਂ ਵੀ ਬੈਂਕ ਦੇ ਥਰੂ ਆਪਾਂ ਮੌਰਗੇਜ ਇੰਸ਼ੋਰੈਂਸ ਕਰਵਾਉਂਦੇ ਆ, ਉਹਦੇ ਜਿਹੜਾ ਬੈਨੀਫੀਸ਼ੀਅਰੀ ਹੈ ਜੀ ਉਹ ਬੈਂਕ ਆ। ਦੈਟਸ ਦ ਮੋਸਟ ਇੰਪੋਰਟੈਂਟ ਪਾਰਟ। ਹੁਣ ਆਪਾਂ ਬੈਨੀਫੀਸ਼ੀਅਰੀ ਦੀ ਗੱਲ ਹੀ ਕਰ ਰਹੇ ਸੀ, ਸੋ ਬੈਨੀਫੀਸ਼ੀਅਰੀ ਕਰਕੇ ਜਦੋਂ ਵੀ ਆਪਾਂ ਬੈਂਕ ਦੇ ਨਾਲ ਇਹ ਦੇਖੋ, ਬੈਂਕ ਨੇ ਤੁਹਾਨੂੰ ਲੋਨ ਦਿੱਤਾ, ਮੇਨ ਰੀਜ਼ਨ ਇਹ ਹੈ ਕਿ ਉਹਨਾਂ ਨੇ ਆਪਣੇ ਲੋਨ ਨੂੰ ਪ੍ਰੋਟੈਕਟ ਕਰਨਾ। ਦੈਟਸ ਦ ਹੋਲ ਪਰਪਸ ਬਿਹਾਈਂਡ ਮੌਰਗੇਜ ਇੰਸ਼ੋਰੈਂਸ। ਹੁਣ ਕਈ ਵਾਰੀ ਇਹ ਹੁੰਦਾ, ਬੰਦਾ ਆਪਣੇ ਐਕਸਾਈਟਮੈਂਟ ਦੇ ਵਿੱਚ ਜਾਂਦਾ, ਕਹਿੰਦਾ ਵੀ ਓਕੇ ਚਲੋ ਹੁਣ ਘਰ ਦੀ ਚਾਬੀ ਅੱਗੇ ਦਿਖ ਰਹੀ ਹੈ ਵੀ ਹੁਣ ਮੈਨੂੰ ਘਰ ਮਿਲ ਰਿਹਾ, ਬੰਦਾ ਕਹਿੰਦਾ ਓਕੇ ਨਾਲ ਹੀ ਸਾਈਨ ਮਾਰ ਦਿੰਦੇ ਫਟਾਫਟ, ਚਲੋ ਜੀ ਸਾਡੀ ਇੰਸ਼ੋਰੈਂਸ ਵੀ ਕਰ ਦਿਓ। ਹੁਣ ਪ੍ਰੋਬਲਮ ਇਹ ਹੈ ਜੀ, ਅੱਜ ਜਦੋਂ ਆਪਾਂ ਇੰਸ਼ੋਰੈਂਸ ਕਰ ਲਈ, ਉੱਥੇ ਹੁਣ ਉਹ ਮੋਸਟ ਲਾਈਕਲੀ ਜਿਹੜੀ ਆ ਵੀ ਆਪਾਂ ਨੂੰ ਉਹਨਾਂ ਨੇ ਕੁਐਸਚਨੇਅਰ ਦਿੱਤਾ, ਆਪਾਂ ਭਰ ਦਿੱਤਾ ਜੀ ਓਕੇ ਠੀਕ ਹੈ, ਮੈਨੂੰ ਅੱਜ ਕੋਈ ਇਸ਼ੂ ਨਹੀਂ, ਮੇਰੀ ਹੈਲਥ ਵੀ ਠੀਕ ਹੈ, ਮੈਨੂੰ ਕੋਈ ਬਲੱਡ ਪ੍ਰੈਸ਼ਰ ਨਹੀਂ, ਕੋਈ ਸ਼ੂਗਰ ਨਹੀਂ, ਤੇ ਉਸ ਤੋਂ ਬਾਅਦ ਚ ਜੀ ਬੈਨੀਫੀਸ਼ਰੀ ਚਲੋ ਡਜ਼ਨਟ ਮੈਟਰ, ਬੈਂਕ ਹੈ ਜੀ ਕੋਈ ਨਹੀਂ, ਕੋਈ ਬੰਦਾ ਕਰਵਾ ਕੇ ਆ ਜਾਂਦਾ। ਹੁਣ ਸਭ ਤੋਂ ਪਹਿਲਾਂ ਗੱਲ ਜੀ ਜਿਹੜੀ ਧਿਆਨ ਚ ਰੱਖਣ ਵਾਲੀ ਉਹ ਇਹ ਹੈ ਕਿ ਹਰ 5 ਸਾਲ ਬਾਅਦ ਜਿਹੜੀ ਹੈ ਉਹ ਤੁਹਾਡੀ ਮੌਰਗੇਜ ਰੀਨਿਊ ਹੁੰਦੀ ਹੈ। ਹੁਣ ਅੱਜ ਤੁਸੀਂ ਲੈਟਸ ਸੇ ਕਿਸੇ ਇੱਕ ਬੈਂਕ ਨਾਲੋਂ, ਠੀਕ ਹੈ, ਕੱਲ ਨੂੰ ਤੁਹਾਨੂੰ ਕੋਈ ਹੋਰ ਬੈਂਕ ਬੈਟਰ ਰੇਟ ਦਿੰਦਾ, ਤੁਸੀਂ ਕਹਿੰਦੇ ਵੀ ਚਲੋ ਆਹ ਬੈਂਕ ਕੋਲ ਚਲੇ ਜਾਂਦੇ ਆ। ਹੁਣ ਜਦੋਂ ਤੁਸੀਂ ਦੂਜੇ ਬੈਂਕ ਕੋਲ ਚਲੇ ਗਏ, ਹੁਣ ਤੁਹਾਨੂੰ ਜਿਹੜੀ ਮੌਰਗੇਜ ਇੰਸ਼ੋਰੈਂਸ ਹੈ ਦੁਬਾਰਾ ਉੱਥੋਂ ਕਰਵਾਉਣੀ ਪੈਣੀ ਹੈ। ਹੁਣ ਅੱਜ ਮੈਂ 35 ਸਾਲ ਦਾ ਸੀ ਜਦੋਂ ਮੈਂ ਪਹਿਲੀ ਲਈ, ਜਦੋਂ 5 ਸਾਲ ਬਾਅਦ ਮੈਂ ਹੁਣ 40 ਸਾਲ ਦਾ ਹੋ ਗਿਆ। ਪਹਿਲੀ ਗੱਲ ਤਾਂ ਸ਼ਾਇਦ ਮੇਰੀ ਸਿਹਤ ਉਦਾਂ ਨਾ ਹੋਵੇ, ਦੂਜੀ ਗੱਲ ਜਿਹੜੀ ਮੇਰੀ ਏਜ ਵੀ ਵੱਧ ਚੁੱਕੀ, ਉਹਦੇ ਕਰਕੇ ਜਿਹੜਾ ਹੁਣ ਮੇਰਾ ਪ੍ਰੀਮੀਅਮ ਹੈ ਉਹ ਵੀ ਵੱਧ ਜਾਣਾ ਜੀ, ਰਾਈਟ। ਤੇ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਜਦੋਂ ਕਲੇਮ ਦੀ ਗੱਲ ਆਉਂਦੀ ਹੈ। ਹੁਣ ਜਦੋਂ ਮੈਂ ਅੱਜ ਇੰਸ਼ੋਰੈਂਸ ਕਰਵਾਈ ਸੀ, ਲੈਟਸ ਸੇ ਮੈਂ ਬੈਂਕ ਨਹੀਂ ਵੀ ਚੇਂਜ ਕੀਤਾ, ਹਰ 5 ਸਾਲ ਬਾਅਦ ਮੇਰੀ ਰੀਨਿਊ ਹੁੰਦੀ ਰਹੀ, ਮੈਂ ਅੱਜ 30 ਸਾਲ ਦਾ ਸੀ, ਮੈਨੂੰ ਕੋਈ ਇਸ਼ੂ ਨਹੀਂ ਸੀ, ਮੈਂ ਪੇਪਰ ਤੇ ਸਾਰਾ ਕੁਝ ਲਿਖਿਆ ਸੀ, ਮੈਂ ਬਿਲਕੁਲ ਠੀਕ ਹਾਂ। ਅੱਜ 50 ਸਾਲ ਬਾਅਦ ਮੈਨੂੰ ਕੋਈ ਮੈਡੀਕਲ ਇਸ਼ੂ ਆ ਗਿਆ ਜਾਂ ਕੁਝ ਹੋ ਗਿਆ, ਰੱਬ ਨਾ ਕਰੇ, ਉਸ ਟਾਈਮ ਤੇ ਜਾ ਕੇ ਜਦੋਂ ਬੈਂਕ ਨੇ ਜਦੋਂ ਕਲੇਮ ਦੇਣਾ ਹੈ, ਉਦੋਂ ਵੀ ਇਸ਼ੂ ਆ ਸਕਦਾ ਵੀ ਤੁਸੀਂ ਇਹ ਡਿਸਕਲੋਜ਼ ਨਹੀਂ ਕੀਤਾ ਸੀ ਤੁਹਾਨੂੰ। ਹੁਣ ਉਦੋਂ ਕੌਣ ਪ੍ਰੂਵ ਕਰਨ ਲਈ ਬੈਠਾ ਜੀ ਉੱਥੇ? ਸੋ ਇਸ ਕਰਕੇ ਜਦੋਂ ਵੀ ਆਪਾਂ ਇਹ ਮੌਰਗੇਜ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਦੇਖੋ ਇੰਸ਼ੋਰੈਂਸ ਜਦੋਂ ਜਿੱਥੇ ਵਰਡ ਆ ਗਿਆ ਇੰਸ਼ੋਰੈਂਸ, ਚਾਹੇ ਮੌਰਗੇਜ ਇੰਸ਼ੋਰੈਂਸ ਆ, ਚਾਹੇ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇੰਸ਼ੋਰੈਂਸ ਆ, ਉਹ ਇੰਸ਼ੋਰੈਂਸ ਕੰਪਨੀ ਦਾ ਕੰਮ ਹੈ, ਉਹ ਇੰਸ਼ੋਰੈਂਸ ਕੰਪਨੀ ਦੇ ਕੋਲ ਰਹਿਣ ਦਿਓ, ਉਹ ਬੈਂਕ ਲਈ ਨਹੀਂ ਹੈਗਾ। ਬੈਂਕਿੰਗ ਦਾ ਆਪਦਾ ਡਿਫਰੈਂਟ ਫੀਲਡ ਹੈ, ਇੰਸ਼ੋਰੈਂਸ ਦਾ ਕੰਮ ਅਲੱਗ ਆ। ਸੋ ਜਦੋਂ ਵੀ ਆਪਾਂ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਜੇ ਤੁਸੀਂ ਲਾਈਫ ਇੰਸ਼ੋਰੈਂਸ ਦੇ ਅੰਡਰ ਪ੍ਰੋਟੈਕਟ ਕਰਦੇ ਹੋ, ਦੈਟਸ ਬੈਟਰ ਫॉर ਯੂ, ਕਿਉਂਕਿ ਉਹਦੇ ਚ ਬੈਨੀਫੀਸ਼ੀਅਰੀ ਤੁਸੀਂ ਆਪ ਚੂਜ਼ ਕਰਦੇ ਹੋ। ਸੋ ਕੱਲ ਨੂੰ ਨਾਲੇ ਇਹ ਵੀ ਨਹੀਂ ਹੈਗਾ ਵੀ 5 ਸਾਲ ਬਾਅਦ ਜੀ ਤੁਸੀਂ ਬੈਂਕ 'ਚ ਚੇਂਜ ਵੀ ਕਰ ਲਿਆ, ਤੁਹਾਨੂੰ ਇੰਸ਼ੋਰੈਂਸ ਚੇਂਜ ਕਰਨੀ ਪੈਣੀ ਹੈ। ਤੁਹਾਡੀ ਇੰਸ਼ੋਰੈਂਸ ਜਿਹੜੀ ਹੈ ਉਹ ਜਿੰਨੀ ਟਰਮ ਤੱਕ ਤੁਸੀਂ ਲਈ ਹੋਈ ਹੈ, 20 ਸਾਲ 30 ਸਾਲ 40 ਸਾਲ, ਉਹ ਉਦਾਂ ਹੀ ਰਹਿਣੀ ਹੈ, ਕੋਈ ਪ੍ਰੀਮੀਅਮ ਨਹੀਂ ਚੇਂਜ ਹੋਣਾ। ਨਾਲੇ ਅੱਜ ਇੰਸ਼ੋਰੈਂਸ ਕੰਪਨੀ ਨੇ ਜੋ ਤੁਹਾਨੂੰ ਇੰਸ਼ੋਰੈਂਸ ਦੇਣੀ ਹੈ, ਉਹਨਾਂ ਨੇ ਸਾਰਾ ਕੁਝ ਚੈੱਕ ਕਰਕੇ, ਤੁਹਾਡਾ ਮੈਡੀਕਲ ਕਰਕੇ, ਤੁਹਾਡਾ ਸਾਰਾ ਕੁਝ ਦੇਖ ਕੇ, ਤੁਹਾਡੀ MIB ਮੈਡੀਕਲ ਇਨਫੋਰਮੇਸ਼ਨ ਬਿਊਰੋ ਨਾਲ ਸਲਾਹ ਕਰਕੇ, ਸਾਰਾ ਕੁਝ ਦੇਖ ਕੇ ਵੀ ਓਕੇ ਆ ਬੰਦਾ ਬਿਲਕੁਲ ਠੀਕ ਆ, ਅਸੀਂ ਇਹਨੂੰ ਦੇ ਸਕਦੇ ਹਾਂ। ਕੱਲ ਨੂੰ ਰੱਬ ਨਾ ਕਰੇ ਤੁਹਾਡੀ ਸਿਹਤ ਖਰਾਬ ਹੋ ਜਾਂਦੀ ਹੈ, ਤੁਹਾਨੂੰ ਅਲਟੀਮੇਟਲੀ ਤੁਹਾਡੀ ਡੈਥ ਹੋ ਜਾਂਦੀ ਹੈ, ਕੰਪਨੀਜ਼ ਓਬਲਾਈਜ਼ਡ ਉਹਨਾਂ ਨੂੰ ਤੁਹਾਨੂੰ ਦੇਣੇ ਪੈਣੇ ਆ ਉਹ ਜਿਹੜਾ ਤੁਹਾਡੀ ਤੁਸੀਂ ਕਵਰੇਜ ਕਰਾਈ ਹੈ। ਰੀਜ਼ਨ ਬੀਇੰਗ ਕਿਉਂਕਿ ਉਹਨਾਂ ਨੇ ਜੋ ਤੁਹਾਨੂੰ ਪਾਲਿਸੀ ਦਿੱਤੀ ਸੀ, ਉਹਨਾਂ ਨੇ ਉਦੋਂ ਹੀ ਸਾਰਾ ਕੁਝ ਚੈੱਕ ਕਰ ਲਿਆ ਸੀ। ਸੋ ਕੋਈ ਡਿਨਾਈ ਨਹੀਂ ਹੁੰਦੇ, ਤੁਹਾਡੇ ਕਲੇਮ ਈਜ਼ੀਲੀ ਹੋ ਜਾਂਦੇ ਆ। ਸੋ ਇਸ ਕਰਕੇ ਜਿਹੜਾ ਵੀ ਕੋਈ ਮੌਰਗੇਜ ਇੰਸ਼ੋਰੈਂਸ ਬਾਰੇ ਵਿਚਾਰ ਕਰ ਰਿਹਾ ਜਾਂ ਕਿਸੇ ਨੇ ਕਰਵਾਈ ਵੀ ਹੋਈ ਹੈ, ਜ਼ਰੂਰ ਮੈਨੂੰ ਫੋਨ ਕਰ ਸਕਦੇ ਆ, ਮੈਂ ਉਹਨਾਂ ਨੂੰ ਗਾਈਡ ਕਰ ਸਕਦਾ। ਨਾਲੇ ਸਭ ਤੋਂ ਵੱਡੀ ਗੱਲ ਜੀ, ਜਦੋਂ ਵੀ ਬੈਂਕ ਤੋਂ ਕਰਵਾਉਂਦੇ ਆ, ਜਿਹੜੀ ਤੁਹਾਡੀ ਅਮਾਉਂਟ ਆ, ਕਿਸ਼ਤ ਆ ਜਿਹੜੀ, ਉਹ ਹਮੇਸ਼ਾ ਜ਼ਿਆਦਾ ਹੁੰਦੀ ਹੈ ਕੰਪੈਰੀਟਿਵਲੀ ਜਦੋਂ ਤੁਸੀਂ ਇੰਸ਼ੋਰੈਂਸ ਕੰਪਨੀ ਤੋਂ ਕਰਾਉਂਦੇ ਹੋ। ਸੋ ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਬੈਨੀਫੀਸ਼ੀਅਲ ਕੰਜ਼ਿਊਮਰ ਨੂੰ ਇਹ ਹੈ ਕਿ ਜਦੋਂ ਤੁਸੀਂ ਬੈਂਕ ਤੋਂ ਕਰਵਾਉਂਦੇ ਹੋ ਕੰਪੈਰੀਟਿਵਲੀ, ਜੇ ਆਪਾਂ ਲਾਈਫ ਇੰਸ਼ੋਰੈਂਸ ਜਾਂ ਇੰਸ਼ੋਰੈਂਸ ਕੰਪਨੀ ਤੋਂ ਕਰਵਾਉਂਦੇ ਆ, ਤੁਹਾਨੂੰ ਹਰ ਪਾਸਿਓਂ ਜਿਹੜਾ ਬੈਨੀਫਿਟ ਆ ਉਹ ਜ਼ਿਆਦਾ ਹੈ। ਲਾਈਫ ਇੰਸ਼ੋਰੈਂਸ ਦੀ ਤੁਸੀਂ ਗੱਲ ਕਰ ਰਹੇ ਹੈਗੇ ਆ ਕਿ ਲਾਈਫ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਹਰ ਕਿਸੇ ਦੇ ਲਈ ਜ਼ਰੂਰੀ ਹੁੰਦੀ ਹੈਗੀ ਹੈ, ਸਾਨੂੰ ਉਹ ਲੈਣੀ ਜ਼ਰੂਰ ਚਾਹੀਦੀ ਹੈਗੀ ਹੈ। ਪਰ ਹੁਣ ਜੇ ਕੋਈ ਸੋਚ ਰਿਹਾ ਹੈਗਾ, ਮੰਨ ਲਓ ਮੈਂ ਲਾਈਫ ਇੰਸ਼ੋਰੈਂਸ ਬਾਰੇ ਸੋਚ ਰਹੀ ਹਾਂ, ਮੈਨੂੰ ਕਿਹੜੀਆਂ ਗੱਲਾਂ 'ਚ ਧਿਆਨ 'ਚ ਰੱਖਣੀਆਂ ਚਾਹੀਦੀਆਂ ਕਿ ਹੁਣ ਮੈਂ ਲਾਈਫ ਇੰਸ਼ੋਰੈਂਸ ਲੈਣੀ ਆ ਤੇ ਮੈਨੂੰ ਇਹ ਚੀਜ਼ਾਂ ਯਾਦ ਰੱਖਣੀਆਂ ਹੈਗੀਆਂ ਕਿ ਇਹ ਚੀਜ਼ਾਂ ਜ਼ਰੂਰ ਹੋਣੀਆਂ ਚਾਹੀਦੀਆਂ ਮੇਰੀ ਇੰਸ਼ੋਰੈਂਸ ਪਾਲਿਸੀ ਦੇ ਵਿੱਚ? ਹਾਂਜੀ, ਦੇਖੋ ਜੀ, ਸਭ ਤੋਂ ਪਹਿਲਾਂ ਥੋੜਾ ਜਿਹਾ ਤੁਹਾਨੂੰ ਹੋਮਵਰਕ ਕਰਨਾ ਪੈਣਾ ਵੀ ਓਕੇ ਵੀ ਮੈਨੂੰ ਇੰਸ਼ੋਰੈਂਸ ਚਾਹੀਦੀ ਕਿੰਨੀ ਹੈ, ਮੇਰੀ ਲਾਇਬਿਲਿਟੀ ਕੀ ਹੈ, ਮੇਰੇ ਲੋਨ ਕੀ ਹੈ, ਮੇਰੀ ਲੋੜਾਂ ਕੀ ਹੈ, ਹਾਂ ਤੁਹਾਡੀ ਲੋੜਾਂ ਕੀ ਨੇ। ਹੁਣ ਤੁਹਾਡੇ ਜਿਹੜੇ ਲੋੜਾਂ ਨੇ ਉਹ ਮੇਰੀਆਂ ਲੋੜਾਂ ਨਾਲੋਂ ਡਿਫਰੈਂਟ ਹੋਣਗੇ, ਹਰੇਕ ਦੀਆਂ ਲੋੜਾਂ ਜਿਹੜੀਆਂ ਡਿਫਰੈਂਟ ਨੇ। ਪਰ ਕਈ ਵਾਰੀ ਮੈਂ ਬਹੁਤ ਸਾਰੇ ਮੈਨੂੰ ਕਲਾਇੰਟ ਮਿਲਦੇ ਆ ਜੀ, ਉਹ ਕਹਿਣਗੇ ਵੀ ਸਾਡੇ ਰਿਸ਼ਤੇਦਾਰ ਨੇ ਜੀ, ਜਾਂ ਬ੍ਰਦਰ ਆ ਜਾਂ ਸਿਸਟਰ ਆ ਜੀ, ਉਹਨਾਂ ਨੇ 5 ਲੱਖ ਦੀ ਕਰਾਈ ਹੈ, ਸਾਡੀ ਵੀ 5 ਲੱਖ ਦੀ ਕਰ ਦਿਓ, ਉਹਨਾਂ ਨੇ ਮਿਲੀਅਨ ਦੀ ਕਰਾਈ ਹੈ, ਸਾਡੀ ਵੀ ਮਿਲੀਅਨ ਦੀ ਕਰ ਲਓ। ਇੱਦਾਂ ਨਹੀਂ ਹੁੰਦਾ। ਮੈਂ ਹਰੇਕ ਜਿਹੜੇ ਵੀ ਕਲਾਇੰਟ ਆਉਂਦੇ ਜੀ, ਉਹਨਾਂ ਨੂੰ ਇਹੀ ਦੱਸੀਦਾ ਵੀ ਪਹਿਲਾਂ ਤੁਹਾਡੀਆਂ ਲੋੜਾਂ ਅਸੀਂ ਬੈਠ ਕੇ ਦੇਖੀਏ ਵੀ ਤੁਹਾਡੀ ਲੋੜ ਕੀ ਹੈ, ਤੁਹਾਡੇ ਕੋਲ ਕਿੰਨੀ ਕੁ ਕਿਸ਼ਤਾਂ ਨੇ, ਤੁਹਾਡੇ ਕਿੰਨੇ ਕੁ ਲੋਨ ਨੇ। ਹੋ ਸਕਦਾ ਤੁਹਾਡੇ ਕੋਲ ਕੋਈ ਵੀ ਲੋਨ ਨਾ ਹੋਵੇ, ਹੋ ਸਕਦਾ ਤੁਹਾਡੇ ਕੋਲ ਬਹੁਤ ਸਾਰੇ ਲੋਨ ਹੋਣ। ਸੋ ਉਸ ਹਿਸਾਬ ਨਾਲ ਬੈਠ ਕੇ ਫਿਰ ਉਸ ਤੋਂ ਬਾਅਦ ਦੇਖਣਾ ਵੀ ਓਕੇ ਤੁਹਾਨੂੰ ਟਰਮ ਇੰਸ਼ੋਰੈਂਸ ਦੀ ਲੋੜ ਆ, ਵੀ ਤੁਸੀਂ ਸਿਰਫ ਇੰਨੇ ਟਾਈਮ ਲਈ ਆਪਣਾ ਲੋਨ ਪ੍ਰੋਟੈਕਟ ਕਰਵਾਉਣਾ ਚਾਹੁੰਦੇ ਹੋ, ਕਿ ਤੁਹਾਨੂੰ ਪਰਮਾਨੈਂਟ ਇੰਸ਼ੋਰੈਂਸ ਚਾਹੀਦੀ ਹੈ। ਉਸ ਤੋਂ ਬਾਅਦ ਇਹ ਵੀ ਦੇਖਣਾ ਕਿ ਤੁਸੀਂ ਹੋ ਸਕਦਾ ਤੁਸੀਂ ਕਹੋ ਮੈਨੂੰ ਕੈਸ਼ ਵੈਲਿਊ ਵੀ ਕੱਲ ਨੂੰ ਚਾਹੀਦੀ ਹੈ ਪ੍ਰੋਡਕਟ ਦੇ ਵਿੱਚ, ਵੀ ਜੇ ਮੈਨੂੰ ਲੋੜ ਪਵੇ, ਮੇਰਾ ਬਿਜ਼ਨਸ ਆ, ਮੈਂ ਕੱਲ ਨੂੰ ਮੈਨੂੰ ਲੋੜ ਪੈ ਸਕਦੀ ਹੈ, ਮੈਂ ਪੈਸੇ ਕੱਢ ਕੇ ਆਪਣੇ ਬਿਜ਼ਨਸ 'ਚ ਵੀ ਲਾਣੇ ਆ। ਸੋ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪਹਿਲਾਂ ਤਾਂ ਆਪਾਂ ਉਹ ਤੁਹਾਡਾ ਹੋਮਵਰਕ ਕਰਨਾ ਜੀ। ਉਸ ਤੋਂ ਬਾਅਦ ਸੈਕੰਡਲੀ ਇਹ ਦੇਖਣਾ ਵੀ ਤੁਸੀਂ ਕਿਹੜੇ ਐਡਵਾਈਜ਼ਰ ਨਾਲ ਬੈਠਣ ਲੱਗੇ ਹੋ। ਜਿਹੜੇ ਐਡਵਾਈਜ਼ਰ ਕੋਲ ਬੈਠ ਰਹੇ ਹੋ, ਉਹਨਾਂ ਕੋਲ ਕਿੰਨੀਆਂ ਕੰਪਨੀਆਂ ਨੇ। ਹੋ ਸਕਦਾ ਉਹ ਐਡਵਾਈਜ਼ਰ ਸਿਰਫ ਇੱਕ ਮੇਨ ਕੰਪਨੀ ਨਾਲ ਹੀ ਡੀਲ ਕਰ ਰਿਹਾ ਹੋਵੇ, ਤਾਂ ਉਹ ਤੁਹਾਨੂੰ ਸਿਰਫ ਇੱਕੋ ਹੀ ਕੰਪਨੀ ਦੇ ਪ੍ਰੋਡਕਟ ਦੇ ਸਕਦਾ। ਜਾਂ ਇਹ ਵੀ ਹੋ ਸਕਦਾ ਐਡਵਾਈਜ਼ਰ ਮੇਰੇ ਵਰਗਾ ਜਿਹਦੇ ਕੋਲ ਸਾਰੀਆਂ ਮੇਜਰ ਕੰਪਨੀਆਂ ਨੇ,
ਤੁਸੀਂ ਉਹਨਾਂ ਕੋਲ ਬੈਠ ਕੇ ਡਿਸਕਸ ਕਰ ਰਹੇ ਹੋ ਵੀ ਓਕੇ ਸਾਡੀ ਲੋੜ ਮੁਤਾਬਕ ਓਕੇ ਸਾਨੂੰ ਆਹ ਕੰਪਨੀ ਨਹੀਂ, ਸਾਨੂੰ ਆਹ ਵਾਲਾ ਕੰਪਨੀ ਦਾ ਪ੍ਰੋਡਕਟ ਠੀਕ ਰਹੂਗਾ, ਜਾਂ ਮੈਂ ਮਲਟੀਪਲ ਡਿਫਰੈਂਟ ਪ੍ਰੋਡਕਟ ਲੈਣੇ ਆ, ਮੈਨੂੰ ਡਿਸੇਬਿਲਿਟੀ ਵੀ ਚਾਹੀਦੀ ਹੈ, ਮੈਨੂੰ ਕ੍ਰਿਟੀਕਲ ਵੀ ਚਾਹੀਦਾ, ਤੇ ਉਹ ਸਾਰੇ ਅਲੱਗ-ਅਲੱਗ ਕੰਪਨੀਆਂ ਦੇ ਅਲੱਗ-ਅਲੱਗ ਹੋ ਸਕਦਾ ਉਸ ਵੇਲੇ ਕੋਈ ਵਧੀਆ ਪ੍ਰਮੋਸ਼ਨ ਚੱਲ ਰਹੀ ਹੋਵੇ। ਸੋ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪਹਿਲਾਂ ਆਪਣਾ ਹੋਮਵਰਕ ਕਰੋ, ਉਸ ਤੋਂ ਬਾਅਦ ਘੱਟੋ ਘੱਟ ਤੁਸੀਂ ਜੋ ਐਡਵਾਈਜ਼ਰ ਨਾਲ ਬੈਠਣਾ ਉਹਦੇ ਬਾਰੇ ਚੰਗੀ ਤਰ੍ਹਾਂ ਰਿਸਰਚ ਕਰੋ ਵੀ ਇਹਨੂੰ ਕਿੰਨੀ ਦੇਰ ਹੋ ਚੁੱਕੀ ਹੈ ਫੀਲਡ ਦੇ ਵਿੱਚ, ਕਿੰਨਾ ਇਹਦਾ ਕੋਈ ਤਜਰਬਾ, ਇਹਨਾਂ ਕੋਈ ਪੱਕਾ ਟਿਕਾਣਾ ਵੀ ਹੈਗਾ ਕਿ ਨਹੀਂ ਹੈਗਾ ਕਿ ਇਹਨੂੰ ਸਿਰਫ ਉਦਾਂ ਹੀ ਤੁਰੇ ਫਿਰਨ ਵਾਲੀ ਹੈ। ਨਾਲ ਦੀ ਨਾਲ ਇਹ ਵੀ ਕਿੰਨੀਆਂ ਮੇਜਰ ਕੰਪਨੀਜ਼ ਇਹਨਾਂ ਕੋਲੇ ਹੈਗੇ ਨੇ ਤਾਂ ਕਿ ਤੁਹਾਨੂੰ ਉਹ ਸਾਰੀਆਂ ਜਿਹੜੀਆਂ ਪ੍ਰੋਪਰ ਨੇ ਗਾਈਡ ਕਰ ਸਕਣ, ਤੁਹਾਨੂੰ ਪ੍ਰੋਪਰ ਪਲਾਨਸ ਉਹ ਪ੍ਰੋਵਾਈਡ ਕਰਵਾ ਸਕਣ। ਜਿਵੇਂ ਤੁਸੀਂ ਦੱਸਿਆ ਕਿ ਮੇਜਰ ਕੰਪਨੀਆਂ ਦੇ ਨਾਲ ਕੰਮ ਕਰਦੇ ਆ ਤੇ ਇੱਕ ਕੰਪਨੀ ਦੇ ਨਾਲ ਹੀ ਕੰਮ ਕਰਦੇ, ਹੁਣ ਜਿਹੜੇ ਮੇਜਰ ਕੰਪਨੀਆਂ ਦੇ ਨਾਲ ਜਿਵੇਂ ਤੁਸੀਂ ਕਿਹਾ ਤੁਸੀਂ ਕੰਮ ਕਰਦੇ ਆ, ਕੀ ਫਾਇਦਾ ਹੁੰਦਾ ਜਦੋਂ ਅਸੀਂ ਮੇਜਰ ਕੰਪਨੀ ਦੇ ਕਿਸੇ ਇਨਸਾਨ ਦੇ ਕੋਲ ਜਾਂਦੇ ਆ ਕਿ ਤੁਹਾਡੇ ਕੋਲ ਮੇਜਰ ਕੰਪਨੀ ਨਾਲ ਤੁਸੀਂ ਕੰਮ ਕਰਦੇ ਆ, ਚਲੋ ਤੁਸੀਂ ਸਾਡੀ ਇੰਸ਼ੋਰੈਂਸ ਕਰ ਦਿਓ, ਹਾਂਜੀ, ਕੰਪੈਰੀਟਿਵਲੀ ਜਿਹਦੇ ਕੋਲ ਇੱਕ ਹੀ ਹੈ। ਹਾਂਜੀ, ਦੇਖੋ ਇਦਾਂ ਹੋ ਜਾਂਦਾ, ਦੇਖੋ ਹੁਣ ਤੁਹਾਡੀ ਏਜ ਦੇ ਹਿਸਾਬ ਨਾਲ, ਤੁਹਾਡੀ ਲੋੜ ਦੇ ਹਿਸਾਬ ਨਾਲ, ਲੈਟਸ ਸੇ ਤੁਸੀਂ ਕਹੋ ਵੀ ਮੈਨੂੰ ਇੰਨੇ ਕੁ ਦੀ ਲਾਈਫ ਇੰਸ਼ੋਰੈਂਸ ਚਾਹੀਦੀ ਹੈ, ਪਰ ਮੈਨੂੰ ਚਾਹੀਦੀ ਹੈ ਜਿਹੜੀ ਮੈਨੂੰ ਪਰਮਾਨੈਂਟ ਪਾਲਿਸੀ ਚਾਹੀਦੀ ਹੈ, ਪਰ ਉਹਦੇ 'ਚ ਪਾਰਟਿਸਿਪੇਟਿੰਗ ਪਾਲਿਸੀ ਚਾਹੀਦੀ ਹੈ। ਹੁਣ ਜਿਹੜਾ ਇੱਕ ਬੰਦਾ ਇੱਕ ਕੰਪਨੀ ਨਾਲ ਕਰ ਰਿਹਾ, ਉਹਦੇ ਕੋਲ ਹੋ ਸਕਦਾ ਉਸ ਕੰਪਨੀ ਕੋਲ ਪਾਰਟਿਸਿਪੇਟਿੰਗ ਪਾਲਿਸੀ ਹੋਵੇ ਹੀ ਨਾ, ਉਹਨੇ ਕਹਿਣਾ ਨਹੀਂ ਜੀ ਨਹੀਂ ਪਾਰਟਿਸਿਪੇਟਿੰਗ ਪਾਲਿਸੀ ਤੁਹਾਨੂੰ ਕੋਈ ਲੋੜ ਨਹੀਂ, ਤੁਸੀਂ ਆਹ ਵਾਲੀ ਕਰੋ। ਸੋ ਉੱਥੇ ਤੁਹਾਡੀਆਂ ਜਦੋਂ ਲੋੜਾਂ ਮੁਤਾਬਕ, ਹੁਣ ਤੁਸੀਂ ਕਹੋ ਮੈਂ ਪ੍ਰੋਫੈਸ਼ਨਲ ਹਾਂ, ਮੈਨੂੰ ਡਿਸੇਬਿਲਿਟੀ ਇੰਸ਼ੋਰੈਂਸ ਚਾਹੀਦੀ ਹੈ, ਪਰ ਮੈਨੂੰ ਕੰਮ ਵੱਲੋਂ ਵੀ ਕਵਰੇਜ ਹੈਗੀ ਹੈ, ਠੀਕ ਹੈ, ਪਰ ਮੈਨੂੰ ਇਦਾਂ ਹੀ ਚਾਹੀਦੀ ਹੈ ਕਿ ਮੈਨੂੰ ਕੰਮ ਤੋਂ ਵੀ ਪੈਸੇ ਮਿਲਣ ਤੇ ਮੈਨੂੰ ਇੰਸ਼ੋਰੈਂਸ ਕੰਪਨੀ ਤੋਂ ਵੀ ਪੈਸੇ ਮਿਲਣ। ਹੁਣ ਉਹ ਸਿਰਫ ਇੱਕੋ ਇੱਕ ਕੰਪਨੀ ਉਹ ਕਰਦੀ ਹੈ, ਰਾਈਟ। ਸੋ ਅਗੇਨ ਉਹ ਮੇਰੇ ਕੋਲ ਉਹ ਵੀ ਕੰਪਨੀ ਹੈਗੀ ਹੈ ਜੀ, ਕੱਲ ਨੂੰ ਤੁਸੀਂ ਹੋ ਸਕਦਾ ਤੁਹਾਡੀ ਕਿਸੇ ਰੀਜ਼ਨ ਕਰਕੇ ਪਾਲਿਸੀ ਡਿਨਾਈ ਹੋ ਗਈ, ਠੀਕ ਹੈ, ਤੁਹਾਨੂੰ ਨਹੀਂ ਮਿਲ ਰਹੀ, ਇੰਸ਼ੋਰੈਂਸ ਨਹੀਂ ਮਿਲ ਰਹੀ, ਤੁਸੀਂ ਕਹੋ ਹੁਣ ਮੈਨੂੰ ਤਾਂ ਇੰਸ਼ੋਰੈਂਸ ਨਹੀਂ ਮਿਲ ਰਹੀ। ਹੁਣ ਜਿਹੜਾ ਬੰਦਾ ਐਡਵਾਈਜ਼ਰ ਇੱਕੋ ਕੰਪਨੀ ਨਾਲ ਡੀਲ ਕਰ ਰਿਹਾ, ਉਹਨੇ ਕਹਿਣਾ ਭਾਜੀ ਨਹੀਂ ਤੁਹਾਡੀ ਹੋਣੀ ਨਹੀਂ। ਤੇ ਹੁਣ ਜੇ ਕੋਈ ਮਲਟੀਪਲ ਕੰਪਨੀ ਨਾਲ ਡੀਲ ਕਰ ਰਿਹਾ, ਉਹਨੇ ਕਹਿਣਾ ਕੋਈ ਨਹੀਂ ਭਾਜੀ ਨੋ ਪ੍ਰੋਬਲਮ, ਤੁਸੀਂ ਆਓ ਤੇ ਤੁਹਾਡੀ ਅਸੀਂ ਡਿਫਰੈਂਟ ਕੰਪਨੀ ਨਾਲ ਵੀ ਕਰ ਸਕਦੇ ਹਾਂ। ਸੋ ਡਿਪੈਂਡਿੰਗ ਅਪੋਨ ਜਦੋਂ ਵੀ ਆਪਾਂ ਗੱਲ ਕਰਦੇ ਹਾਂ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੰਨੀਆਂ ਬੰਦੇ ਕੋਲ ਜ਼ਿਆਦਾ ਪ੍ਰੋਡਕਟਸ ਹੋਣਗੇ ਉਨਾ ਹੀ ਉਹ ਤੁਹਾਡੇ ਲਈ ਈਜ਼ੀ ਤੇ ਤੁਹਾਡੇ ਲਈ ਬੈਟਰ ਪਲਾਨ ਡਿਜ਼ਾਈਨ ਕਰ ਸਕਦਾ। ਕਿੱਥੇ ਮੇਰੇ ਕੋਲ ਸਿਰਫ ਇੱਕ ਆਪਸ਼ਨ ਹੈ, ਕਿੱਥੇ ਮੇਰੇ ਕੋਲ 10 ਆਪਸ਼ਨਸ ਨੇ, ਤੇ ਉਹ 10ਾਂ ਦੇ ਵਿੱਚੋਂ ਮੈਂ ਡਿਫਰੈਂਟ ਆਪਸ਼ਨਸ ਪਿਕ ਕਰਕੇ ਮੈਂ ਤੁਹਾਨੂੰ ਗਾਈਡ ਕਰ ਸਕਦਾ ਜੀ ਓਕੇ ਜੀ ਤੁਹਾਡੇ ਵਾਸਤੇ ਆਹ ਵਾਲੀ ਕੰਪਨੀ ਦਾ ਪ੍ਰੋਡਕਟ ਬੈਸਟ ਰਹੇਗਾ। ਅਮਰਿੰਦਰ ਜੀ, ਜਿਵੇਂ ਅਸੀਂ ਦੇਖ ਰਹੇ ਹਾਂ ਕਿ ਕੋਵਿਡ ਕਰਕੇ ਹੁਣ ਕਿਤੇ ਵੀ ਅਸੀਂ ਜਾ ਨਹੀਂ ਸਕਦੇ ਸੀਗੇ, ਪਰ ਹੁਣ ਥੋੜਾ ਜਿਹਾ ਈਜ਼ੀ ਹੋ ਰਿਹਾ ਹੈਗਾ ਆ, ਲੋਕ ਟਰੈਵਲ ਕਰ ਰਹੇ ਹੈਗੇ ਆ, ਕੋਵਿਡ ਟੈਸਟ ਹੋ ਰਹੇ ਹੈਗੇ ਆ। ਹੁਣ ਟਰੈਵਲ ਕਰ ਰਹੇ ਹਾਂ, ਅਸੀਂ ਟਰੈਵਲ ਕਰ ਰਹੇ ਹਾਂ ਤਾਂ ਸਾਨੂੰ ਇੰਸ਼ੋਰੈਂਸ ਵੀ ਚਾਹੀਦੀ ਹੈ। ਬਿਲਕੁਲ ਜੀ। ਟਰੈਵਲ ਇੰਸ਼ੋਰੈਂਸ ਦੇ ਵਿੱਚ ਕੋਈ ਚੇਂਜਸ ਆਈਆਂ ਨੇ ਜਾਂ ਕਿਹੜੀਆਂ ਚੀਜ਼ਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ? ਹਾਂਜੀ ਬਿਲਕੁਲ, ਲੇਟਲੀ ਹੁਣੇ ਆ ਜੀ ਇੱਕ ਕੰਪਨੀ ਨੇ, ਪਹਿਲਾਂ ਤਾਂ ਸਾਰੀਆਂ ਕੰਪਨੀਆਂ ਨੇ ਜੀ ਬੰਦ ਕਰ ਦਿੱਤਾ ਸੀਗਾ ਵੀ ਜਿਹੜੇ ਕੈਨੇਡੀਅਨ ਬਾਹਰ ਜਦੋਂ ਟਰੈਵਲ ਕਰਦੇ ਸੀਗੇ ਉਹਨਾਂ ਨੂੰ ਨਹੀਂ ਦੇ ਰਹੀਆਂ ਸੀਗੀਆਂ, ਪਰ ਹੁਣ ਜਿਹੜੀਆਂ ਨੇ 2 ਕੰਪਨੀਆਂ ਨੇ ਸ਼ੁਰੂ ਕੀਤਾ ਰੀਸੈਂਟਲੀ, ਮੈਂ ਆਉਣ ਵਾਲੇ ਟਾਈਮ 'ਚ ਮੈਨੂੰ ਪਤਾ ਹੈ ਕਿ ਹੁਣ ਬਾਕੀ ਕੰਪਨੀਆਂ ਨੇ ਵੀ ਇਹਦੇ 'ਤੇ ਆ ਜਾਣਾ ਬੋਰਡ 'ਤੇ, ਪਰ ਉਹਨਾਂ ਨੇ ਦੁਬਾਰਾ ਸ਼ੁਰੂ ਕਰ ਦਿੱਤੇ ਜੀ। ਜਿਹੜੇ ਟਰੈਵਲਿੰਗ ਕੈਨੇਡੀਅਨਸ ਨੇ ਜਿਹੜੇ ਕਿਤੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਹੁਣ ਦੁਬਾਰਾ ਤੋਂ ਫਿਰ ਉਹ ਇੰਸ਼ੋਰੈਂਸ ਪ੍ਰੋਵਾਈਡ ਕਰ ਰਹੇ ਨੇ। ਇਹ ਬਿਲਕੁਲ ਬੰਦ ਹੋ ਚੁੱਕਿਆ ਸੀਗਾ, ਪਿਛਲੇ ਕਾਫੀ ਟਾਈਮ ਤੋਂ ਬਿਲਕੁਲ ਬੰਦ ਸੀਗਾ, ਪਰ ਹੁਣ ਜਿੱਦਾਂ ਆਪਾਂ ਗੱਲ ਕੀਤੀ ਵੀ ਹੁਣ ਲੋਕੀ ਟਰੈਵਲ ਕਰ ਰਹੇ, ਥੋੜਾ ਖੁੱਲ ਰਿਹਾ ਕੰਮ, ਈਵਨ ਦੋ ਕਿ ਚਲੋ ਹਜੇ ਕੇਸਿਸ ਇਹ ਤਾਂ ਹੈ ਨਹੀਂ ਵੀ ਖਤਮ ਹੋ ਗਏ ਨੇ, ਪਰ ਫਿਰ ਵੀ ਲੋਕੀ ਜਿੱਦਾਂ ਹੁਣ ਟਰੈਵਲ ਕਰ ਰਹੇ ਨੇ, ਕੰਪਨੀਆਂ ਗਾਈਡਲਾਈਨਸ ਫੋਲੋ ਕਰ ਰਹੇ ਨੇ, ਮਾਸਕ ਪ੍ਰੋਟੈਕਸ਼ਨ ਸਾਰਾ ਕੁਝ ਯੂਜ਼ ਕਰ ਰਹੇ ਨੇ, ਉਸੇ ਤਰੀਕੇ ਨਾਲ ਜਿੱਦਾਂ ਹੁਣ ਕੰਪਨੀ ਨੇ ਕਿਹਾ ਵੀ ਓਕੇ ਠੀਕ ਹੈ ਅਸੀਂ ਵੀ ਤੁਹਾਨੂੰ ਹੁਣ ਦਵਾਂਗੇ ਆਊਟ ਆਫ ਕੈਨੇਡਾ ਜਦੋਂ ਤੁਸੀਂ ਟਰੈਵਲ ਕਰਦੇ, ਪਰ ਇਹ ਸਾਰੀਆਂ ਕੰਪਨੀਆਂ ਨਹੀਂ ਕਰ ਰਹੀਆਂ। ਸੋ ਇਸ ਕਰਕੇ ਅਗੇਨ ਜੇ ਕੋਈ ਜਾ ਰਿਹਾ ਕੈਨੇਡਾ ਤੋਂ ਬਾਹਰ ਕਿਸੇ ਰੀਜ਼ਨ ਕਰਕੇ ਵੀ, ਆਪਣੇ ਐਡਵਾਈਜ਼ਰ ਨਾਲ ਬੈਠ ਕੇ ਜਾਂ ਮੈਨੂੰ ਫੋਨ ਕਰ ਲੈਣ, ਮੈਂ ਇਹਨਾਂ ਨੂੰ ਗਾਈਡ ਕਰ ਸਕਦਾ ਵੀ ਹੁਣ ਕਿਹੜੀਆਂ ਜਿਹੜੀਆਂ ਨੇ ਆਊਟ ਆਫ ਕੈਨੇਡਾ ਵੀ ਜਿਹੜੀਆਂ ਕਵਰੇਜ ਪ੍ਰੋਵਾਈਡ ਕਰਾ ਰਹੇ। ਕੈਨੇਡਾ ਲੋਕ ਆ ਵੀ ਰਹੇ ਹੈਗੇ ਨੇ, ਖਾਸ ਕਰਕੇ ਹੁਣ ਸਟੂਡੈਂਟਸ ਦੀ ਗੱਲ ਕਰੀਏ ਤਾਂ ਉਹ ਵੀ ਆ ਰਹੇ ਹੈਗੇ ਨੇ, ਤੇ ਉਹਨਾਂ ਦੀਆਂ ਚਲੋ ਜਿਹੜੀਆਂ ਇੰਸ਼ੋਰੈਂਸ ਹੁੰਦੀਆਂ ਨੇ ਉਹ ਕਾਲਜ ਦੇ ਥਰੂ ਹੁੰਦੀਆਂ ਨੇ ਜਾਂ ਆਲਰੇਡੀ ਕੀਤੀਆਂ ਹੋਈਆਂ ਹੁੰਦੀਆਂ ਨੇ, ਪਰ ਜਿਹੜੇ ਹੁਣ ਇੱਥੇ ਕੈਨੇਡਾ ਦੇ ਵਿੱਚ ਆ ਰਹੇ ਹੈਗੇ ਉਹਨਾਂ ਵਾਸਤੇ ਵੀ ਕੋਈ ਚੇਂਜਸ ਨੇ? ਬਿਲਕੁਲ, ਦੇਖੋ ਜੀ ਚੇਂਜਸ ਇਨ ਦਾ ਸੈਂਸ ਇਦਾਂ ਆ ਕਿ ਹੁਣ ਬਹੁਤ ਸਾਰੀਆਂ ਕੰਪਨੀਆਂ ਨੇ ਜਿੱਦਾਂ ਉਹਨਾਂ ਨੇ ਹੁਣ ਕੋਵਿਡ ਅੱਗੇ ਜਿੱਦਾਂ ਸੀ ਕਈ ਕੰਪਨੀਆਂ ਬਿਲਕੁਲ ਕਵਰ ਹੀ ਨਹੀਂ ਕਰ ਰਹੀਆਂ ਸੀਗੀਆਂ, ਹੁਣ ਜਿਹੜੀਆਂ ਨੇ ਮੈਜੋਰਟੀ ਕੰਪਨੀਆਂ ਨੇ ਕੀਤਾ ਵੀ ਓਕੇ ਅਸੀਂ ਕੋਵਿਡ ਵੀ ਕਵਰ ਕਰ ਲਾਂਗੇ, ਨਾਟ ਅ ਪ੍ਰੋਬਲਮ, ਪਰ ਜਦੋਂ ਤੁਸੀਂ ਕਰਵਾਉਂਦੇ ਹੋ ਉਸ ਟਾਈਮ ਤੇ ਤੁਹਾਨੂੰ ਇਹ ਡਾਇਗਨੋਸ ਨਹੀਂ ਹੋਣਾ ਚਾਹੀਦਾ। ਸੋ ਇਹ ਨਹੀਂ ਵੀ ਅੱਜ ਮੈਨੂੰ ਡਾਇਗਨੋਸ ਹੋ ਗਿਆ ਮੈਂ ਫਟਾਫਟ ਜਾ ਕੇ ਇੰਸ਼ੋਰੈਂਸ ਕਰਵਾ ਲਵਾਂ ਵੀ ਓਕੇ ਵੀ ਮੈਨੂੰ ਪਤਾ ਨਹੀਂ ਲੱਗਣਾ, ਉਹ ਪਤਾ ਲੱਗ ਜਾਂਦਾ ਹੈ ਜੀ। ਪਰ ਇਸ ਕਰਕੇ ਜਦੋਂ ਵੀ ਕੋਈ ਆ ਰਿਹਾ ਜਾਂ ਕੋਈ ਸੁਪਰ ਵੀਜ਼ੇ ਤੇ ਆ ਰਿਹਾ ਜਾਂ ਕੋਈ ਟਰੈਵਲ ਇੰਸ਼ੋਰੈਂਸ ਤੇ ਆ ਰਿਹਾ, ਜ਼ਰੂਰ ਇੱਕ ਵਾਰੀ ਆਪਣੇ ਐਡਵਾਈਜ਼ਰ ਨੂੰ ਜਾਂ ਮੈਨੂੰ ਫੋਨ ਕਰ ਸਕਦੇ ਹੋ, ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਸਕਦਾ ਵੀ ਤੁਹਾਡੇ ਵਾਸਤੇ ਕਿਹੜੀ ਕੰਪਨੀ ਦਾ ਪ੍ਰੋਡਕਟ ਜਿਹੜਾ ਬੈਸਟ ਰਹੂਗਾ। ਸਿਰਫ ਰੇਟ ਨਾ ਦੇਖੋ ਵੀ ਉਹ ਸਸਤਾ ਆ, ਉਹਦੇ 'ਚ ਇਹ ਵੀ ਦੇਖੋ ਵੀ ਕਵਰੇਜਸ ਕੀ ਪ੍ਰੋਵਾਈਡ ਕਰਾ ਰਹੇ ਨੇ, ਕੱਲ੍ਹ ਨੂੰ ਕਿਸੇ ਰੀਜ਼ਨ ਕਰਕੇ ਮੈਨੂੰ ਜਲਦੀ ਵਾਪਸ ਚਲੇ ਜਾਣਾ, ਮੈਨੂੰ ਪੈਸੇ ਵਾਪਸ ਹੋ ਸਕਦੇ ਕਿ ਨਹੀਂ ਹੋ ਸਕਦੇ, ਮੇਰਾ ਬੈਨੀਫਿਟ ਮੈਨੂੰ ਆਉਣ ਨੂੰ ਕਿੰਨਾ ਟਾਈਮ ਲੱਗੂਗਾ, ਕਲੇਮ ਪ੍ਰੋਸੈਸ 'ਚ ਕਿੰਨਾ ਟਾਈਮ ਲੱਗੂਗਾ, ਇਹ ਸਾਰੀਆਂ ਚੀਜ਼ਾਂ ਮਾਇਨੇ ਰੱਖਦੀਆਂ ਜੀ। ਹੁਣ ਮੇਰੇ ਕੋਲ ਪਾਲਿਸੀਆਂ ਹੈਗੀਆਂ ਨੇ, ਚਾਹੇ ਇੱਕ ਹੈਗੀਆਂ, ਚਾਹੇ 2 ਹੈਗੀਆਂ, ਚਾਹੇ ਮਲਟੀਪਲ ਹੈਗੀਆਂ ਨੇ, ਹੁਣ ਉਹ ਮੈਂ ਇੱਕ ਵਾਰੀ ਲੈ ਕੇ ਰੱਖ ਲਈਆਂ ਹੈਗੀਆਂ ਨੇ, ਪਰ ਹੁਣ ਮੈਂ ਕਦੇ ਰਿਵਿਊ ਨਹੀਂ ਕੀਤਾ, ਪੇਮੈਂਟ ਮੇਰੀ ਜਾ ਰਹੀ ਹੈ, ਉਹਨਾਂ ਦੇ ਲੈਟਰ ਜਿਹੜੇ ਹੈਗੇ ਟਾਈਮ ਟੂ ਟਾਈਮ ਆ ਰਹੇ ਹੈਗੇ, ਅਸੀਂ ਖੋਲਦੇ ਹਾਂ ਜਿਹੜੀ ਉਹਨਾਂ ਦੀ ਲੈਟਰ ਆਉਂਦੀ ਹੈ ਰੱਖ ਲਈਦੀ ਹੈ, ਚਲੋ ਸਾਡੀ ਕੀਤੀ ਹੋਈ ਹੈ, ਅਸੀਂ
ਜਿਹੜੀ ਇਹ ਲਈ ਹੋਈ ਹੈ ਪਾਲਿਸੀ, ਪੈਸੇ ਸਾਡੇ ਜਾ ਰਹੇ ਹੈਗੇ, ਪਰ ਹੁਣ ਕਦੇ ਰਿਵਿਊ ਕਰਨ ਦਾ ਟਾਈਮ ਵੀ ਨਹੀਂ ਲੱਗਿਆ ਤੇ ਅਸੀਂ ਸੋਚਿਆ ਵੀ ਨਹੀਂ ਰਿਵਿਊ ਕੀਤਾ ਜਾਵੇ। ਕੀ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਰਿਵਿਊ ਕਰਨਾ ਚਾਹੀਦਾ? ਜੇ ਕਰਨਾ ਚਾਹੀਦਾ ਤਾਂ ਕਿੰਨੇ ਕੁ ਟਾਈਮ ਬਾਅਦ ਸਾਨੂੰ ਦੇਖਣਾ ਚਾਹੀਦਾ ਕਿ ਕੀ ਕੁਝ ਹੋ ਰਿਹਾ ਸਾਡੀਆਂ ਪਾਲਿਸੀਜ਼ ਦੇ ਵਿੱਚ? ਦੇਖੋ, ਰਿਵਿਊ ਕਰਨਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੰਮ ਹੈ ਜੀ। ਉਹਦਾ ਰੀਜ਼ਨ ਇਹ ਹੈ, ਜਦੋਂ ਤੁਸੀਂ ਕਰਵਾਈ ਸੀ, ਹੁਣ ਤੁਹਾਡੇ ਕੇਸ ਲੈ ਲੈਂਦੇ ਆ, ਲੈਟਸ ਸੇ ਤੁਸੀਂ ਅੱਜ ਤੋਂ 8 ਸਾਲ 10 ਸਾਲ ਪਹਿਲਾਂ ਕਰਵਾਈ ਸੀ, ਉਸ ਵੇਲੇ ਜਿਹੜੀ ਤੁਹਾਡੀ ਸਿਚੁਏਸ਼ਨ ਸੀ ਕੁਡ ਬੀ ਡਿਫਰੈਂਟ। ਉਦੋਂ ਤੁਸੀਂ ਜੇ ਨਵੇਂ ਆਏ ਸੀਗੇ ਜਾਂ ਤੁਸੀਂ ਕੋਈ ਹੋਰ ਕੰਮ ਕਰ ਰਹੇ ਸੀ ਜਾਂ ਤੁਹਾਡਾ ਆਪਣਾ ਡਿਫਰੈਂਟ ਸਿਨੈਰੀਓ ਹੁੰਦੇ ਨੇ, ਜਾਂ ਕੰਮ ਹੀ ਨਹੀਂ ਕਰ ਰਹੇ ਜਾਂ ਕੰਮ ਨਹੀਂ ਕਰ ਰਹੇ ਸੀਗੇ ਜਾਂ ਤੁਹਾਡੀ ਫੈਮਿਲੀ ਦੇ ਨਾਲ ਸੀਗਾ, ਜੋ ਵੀ ਰੀਜ਼ਨ ਸੀ ਤੁਸੀਂ ਉਦੋਂ ਕਰਵਾਈ, ਰਾਈਟ। ਹੁਣ ਅੱਜ ਦੇ ਟਾਈਮ ਦੇ ਵਿੱਚ ਤੁਹਾਡੀਆਂ ਲੋੜਾਂ ਹੋ ਸਕਦੀਆਂ ਡਿਫਰੈਂਟ ਨੇ, ਰਾਈਟ। ਤੁਹਾਡੇ ਅੱਗੇ ਕਿਡਸ ਨੇ ਜਾਂ ਤੁਹਾਡੇ ਅੱਗੇ ਕੋਈ ਹੋਰ ਤੁਸੀਂ ਬਿਜ਼ਨਸ ਕਰ ਲਿਆ ਜਾਂ ਤੁਸੀਂ ਵਟਐਵਰ ਦ ਰੀਜ਼ਨ ਮੇ ਬੀ, ਰਾਈਟ। ਹੁਣ ਉਹ ਚੀਜ਼ਾਂ ਨੂੰ ਦੇਖਦੇ ਹੋਏ ਹਮੇਸ਼ਾ ਜਦੋਂ ਵੀ ਆਪਾਂ ਪਾਲਿਸੀ ਰਿਵਿਊ ਦੀ ਗੱਲ ਕਰਦੇ ਹਾਂ, ਲੋਕਾਂ ਨੂੰ ਇਹ ਲੱਗਦਾ ਜਦੋਂ ਰਿਵਿਊ ਵਰਡ ਯੂਜ਼ ਕਰਦੇ ਨੇ ਵੀ ਇਹਨਾਂ ਨੇ ਆ ਕੇ ਚੇਂਜ ਕਰ ਦੇਣੀ ਪਾਲਿਸੀ। ਇਦਾਂ ਨਹੀਂ ਹੁੰਦਾ। ਰਿਵਿਊ ਦਾ ਮਤਲਬ ਇਹ ਹੈ ਤੁਹਾਡੀਆਂ ਲੋੜਾਂ ਮੁਤਾਬਕ ਤੁਹਾਡੀ ਪਾਲਿਸੀ ਦੇਖਣੀ ਹੈ, ਪਾਲਿਸੀ ਚੈੱਕ ਕਰਕੇ ਜੇ ਬਿਲਕੁਲ ਠੀਕ ਆ, ਤੁਹਾਡੀਆਂ ਲੋੜਾਂ ਪੂਰੀਆਂ ਅੱਜ ਵੀ ਉਹੀ ਸੇਮ ਨੇ, ਜ਼ਿਆਦਾ ਫਰਕ ਨਹੀਂ ਹੈਗਾ, ਤੁਹਾਡੀ ਪਾਲਿਸੀ ਠੀਕ ਚੱਲ ਰਹੀ ਹੈ, ਕੋਈ ਵੀ ਸਮਝਦਾਰ ਐਡਵਾਈਜ਼ਰ ਉਹ ਪਾਲਿਸੀ ਚੇਂਜ ਨਹੀਂ ਕਰੂਗਾ। ਹਾਂਜੀ, ਸੋ ਚੇਂਜ ਜਾਂ ਉਹ ਨਵੀਂ ਕਰਨ ਦੀ ਉਦੋਂ ਲੋੜ ਆ ਜੋ ਤੁਸੀਂ ਲਈ ਸੀ ਉਦੋਂ ਤੁਸੀਂ ਲਈ ਹੈ ਜੀ 2 ਲੱਖ ਦੀ ਪਾਲਿਸੀ। ਅੱਜ ਤੁਹਾਡੇ ਕੋਲ ਜਿਹੜਾ ਲੋਨ ਆ $1 ਮਿਲੀਅਨ ਦਾ, ਹੁਣ ਤੁਹਾਡੇ ਕੋਲ ਪਾਲਿਸੀ ਕਵਰੇਜ ਸਿਰਫ 2 ਲੱਖ ਦੀ, ਹੁਣ ਤੁਹਾਨੂੰ 8 ਲੱਖ ਦੀ ਕਵਰੇਜ ਹੋਰ ਚਾਹੀਦੀ ਹੈ। ਤੇ ਹੋ ਸਕਦਾ ਤੁਹਾਡਾ ਐਡਵਾਈਜ਼ਰ ਉਹ ਦੇਖ ਕੇ ਕਹੇ ਦੇਖੋ ਜੀ ਹੁਣ ਤੁਹਾਡਾ ਲੋਨ ਜ਼ਿਆਦਾ ਨੇ, ਤੁਹਾਡੀਆਂ ਲਾਇਬਿਲਿਟੀਜ਼ ਜ਼ਿਆਦਾ ਨੇ, ਹੁਣ ਤੁਹਾਨੂੰ ਇੰਨੇ ਦੀ ਹੋਰ ਕਰਵਾਉਣੀ ਪੈਣੀ ਹੈ ਇੰਨੀ ਦੇਰ ਵਾਸਤੇ। ਸੋ ਇਸ ਕਰਕੇ ਰਿਵਿਊ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਲਕੁਲ, ਮੈਨੂੰ ਬਹੁਤ ਸਾਰੇ ਲੋਕਾਂ ਨੂੰ ਜਦੋਂ ਮੇਰੀ ਗੱਲ ਹੁੰਦੀ ਹੈ ਜੀ, ਉਹ ਕਹਿੰਦੇ ਵੀ ਲਈ ਸੀ ਪਤਾ ਨਹੀਂ ਕਿੱਥੇ ਪਈ ਹੈ, ਇਹ ਵੀ ਨਹੀਂ ਪਤਾ ਹਰ ਮਹੀਨੇ ਪੇਮੈਂਟ ਜਾ ਰਹੀ ਹੈ, ਇਹ ਵੀ ਨਹੀਂ ਪਤਾ ਕਿਹੜੀ ਕੰਪਨੀ ਹੈ, ਕੀ ਪ੍ਰੋਡਕਟ ਆ, ਕੁਝ ਨਹੀਂ ਪਤਾ ਪਰ ਪੈਸੇ ਜਾ ਰਹੇ ਹਰ। ਸੋ ਮੈਂ ਹਮੇਸ਼ਾ ਉਹਨਾਂ ਨੂੰ ਇਹੀ ਗਾਈਡ ਕਰਦਾ ਵੀ ਤੁਸੀਂ ਇੱਕ ਵਾਰੀ ਰਿਵਿਊ ਕਰ ਲਓ ਤਾਂ ਕਿ ਤੁਹਾਨੂੰ ਪਤਾ ਹੋਵੇ ਤੁਹਾਡੇ ਕੋਲ ਜਿਹੜੀ ਪਾਲਿਸੀ ਹੈਗੀ ਆ ਉਹ ਤੁਹਾਡੇ ਲਈ ਕੀ ਕਵਰੇਜ ਪ੍ਰੋਵਾਈਡ ਕਰਾ ਰਹੀ ਆ ਅੱਜ ਦੇ ਟਾਈਮ ਦੇ ਨਾਲ, ਉਹ ਤੁਹਾਡੇ ਵਾਸਤੇ ਠੀਕ ਵੀ ਹੈ ਕਿ ਨਹੀਂ। ਸੋ ਇਹ ਨਾ ਡਰੋ ਵੀ ਓਕੇ ਰਿਵਿਊ ਕਰਨ ਵਾਲੇ ਨੇ ਚੇਂਜ ਕਰ ਦੇਣੀ ਹੈ, ਇਟਸ ਨਾਟ ਦੈਟ ਈਜ਼ੀ ਪ੍ਰੋਸੈਸ। ਕਈ ਵਾਰੀ ਜੇ ਤੁਸੀਂ ਗਲਤੀ ਨਾਲ ਚੇਂਜ ਕਰ ਵੀ ਦਿੰਦੇ ਹੋ, ਕੰਪਨੀਆਂ ਆਸਕ them ਤੁਸੀਂ ਚੇਂਜ ਕਿਉਂ ਕੀਤੀ ਹੈ, ਵੀ ਨਾਲੇ ਤੁਹਾਡੇ ਤੇ ਤੁਸੀਂ ਆਪਣਾ ਲਾਇਸੈਂਸ ਵੀ ਲੂਜ਼ ਕਰ ਸਕਦੇ ਹੋ ਜੇ ਤੁਸੀਂ ਕੋਈ ਗਲਤ ਪਾਲਿਸੀ ਜੇ ਆਪਣੇ ਕਲਾਇੰਟ ਨੂੰ ਦਿੰਦੇ ਹੋ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਰਿਵਿਊ ਜ਼ਰੂਰ ਕਰਵਾਓ, ਪਰ ਅਗੇਨ ਚੰਗੇ ਐਡਵਾਈਜ਼ਰ ਨਾਲ ਬੈਠ ਕੇ ਚੰਗੀ ਤਰ੍ਹਾਂ ਸਮਝ ਕੇ ਲੋੜਾਂ ਦੇ ਮੁਤਾਬਕ। ਇਹ ਨਹੀਂ ਵੀ ਓਕੇ ਕੋਈ ਅੱਜ ਕਿਸੇ ਨੇ ਲਾਇਸੈਂਸ ਲਿਆ ਵੀ ਓਕੇ ਜੀ ਮੈਂ ਲਾਇਸੈਂਸ ਲੈ ਲਿਆ, ਤੁਹਾਡੇ ਰਿਸ਼ਤੇਦਾਰ ਵੀ ਹੈ ਜੀ ਆਓ ਜੀ ਫਟਾਫਟ ਚੇਂਜ ਕਰੀਏ, ਉਹ ਵਾਲਾ ਕੰਮ ਨਾ ਹੋਵੇ। ਆਪਣਾ ਰਿਵਿਊ ਕਰਵਾ ਕੇ ਪ੍ਰੋਪਰਲੀ ਦੇਖ ਕੇ ਸਮਝ ਕੇ then you can design the plan। ਮੈਂ ਤਾਂ ਹੁਣ ਪੱਕਾ ਦੀ ਰਿਵਿਊ ਕਰਵਾਉਣ ਵਾਲੀ ਆ, ਮੈਂ ਪਹਿਲਾਂ ਲੱਭਣ ਵਾਲੀ ਆ ਮੇਰੀ ਪਾਲਿਸੀ ਕਿੱਥੇ ਪਈ ਹੈਗੀ ਆ। ਸੋ ਥੈਂਕ ਯੂ ਸੋ ਮਚ, ਤੁਸੀਂ ਇੰਨੀ ਵਧੀਆ ਐਡਵਾਈਸ ਦਿੰਦੇ ਹੈਗੇ ਹੋ ਤੇ ਲੱਗਦਾ ਹੈ ਕਿ ਸਾਨੂੰ ਜ਼ਰੂਰ ਇਹ ਜਿਹੀਆਂ ਚੀਜ਼ਾਂ ਵੱਲ ਧਿਆਨ ਦੇਣਾ ਜ਼ਰੂਰੀ ਹੈਗਾ ਜਿਹੜੀਆਂ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀਆਂ। ਇਹ ਵੀ ਨਹੀਂ ਕਿ ਚਲੋ ਇੰਸ਼ੋਰੈਂਸ ਹੀ ਆ, ਇਹਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ, ਮੇਰੇ ਹਿਸਾਬ ਦੇ ਨਾਲ ਜ਼ਰੂਰ ਸਾਨੂੰ ਰਿਵਿਊ ਕਰਨਾ ਚਾਹੀਦਾ। ਕੀ ਕਹਿਣਾ ਚਾਹੁੰਦੇ ਆ ਜਿਨ੍ਹਾਂ ਨੇ ਨਵੀਂ ਲੈਣੀ ਪਾਲਿਸੀ ਜਾਂ ਜਿਹੜੇ ਆਲਰੇਡੀ ਲੈ ਚੁੱਕੇ ਆ? ਦੇਖੋ ਜੀ, ਮੇਨ ਸਿਰਫ ਇਹੀ ਗੱਲ ਹੈ, ਜਦੋਂ ਵੀ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਇਟਸ ਅ ਲੌਂਗ ਟਰਮ ਇਨਵੈਸਟਮੈਂਟ ਜੀ। ਸੋ ਇਹ ਨਹੀਂ ਹੈਗਾ ਵੀ ਆਪਾਂ 2 ਸਾਲ ਜਾਂ 5 ਸਾਲ ਚਲਾ ਕੇ ਉਸ ਤੋਂ ਬਾਅਦ ਮੁੱਕ ਜਾਣੀ ਹੈ। ਇਹ ਲਾਈਫ ਕਈਆਂ ਦੀ ਕੋਈ 20 ਸਾਲ, ਕੋਈ 30 ਸਾਲ, ਕੋਈ 40 ਸਾਲ ਲਈ ਤੁਸੀਂ ਉਹ ਪ੍ਰੀਮੀਅਮ ਦੇਣਾ ਆ। ਸੋ ਮੇਕ ਸ਼ੋਰ ਜਦੋਂ ਵੀ ਤੁਸੀਂ ਕਿਸੇ ਵੀ ਐਡਵਾਈਜ਼ਰ ਨਾਲ ਬੈਠਦੇ ਹੋ, ਜਿੱਦਾਂ ਆਪਾਂ ਅੱਗੇ ਗੱਲ ਕੀਤੀ ਹੈ, ਚੰਗੀ ਤਰ੍ਹਾਂ ਪੁੱਛ ਪੜਤਾਲ ਕਰੋ, ਆਪਣਾ ਪਲਾਨ ਚੰਗੀ ਤਰ੍ਹਾਂ ਸਮਝੋ ਕਿਹੜੀਆਂ ਉਹਦੇ 'ਚ ਆਪਸ਼ਨਸ ਹੈਗੀਆਂ ਨੇ। ਤੇ ਕੋਈ ਵੀ BC ਦੇ ਵਿੱਚ ਜਾਂ ਅਲਬਰਟਾ ਦੇ ਕਿਸੇ ਵੀ ਕਾਰਨਰ ਤੇ ਬੈਠਾ ਜੀ, ਓਵਰ ਦਾ ਫੋਨ, ਜ਼ੂਮ, ਇੰਟਰਨੈਟ ਸਾਰਾ ਕੁਝ ਹੈਗਾ ਜੀ ਅਵੇਲੇਬਲ। ਆਫਿਸ ਆਉਣਾ ਹੈ ਤੇ ਆਫਿਸ ਆ ਕੇ ਵੀ ਸਾਰੇ ਪ੍ਰੋਪਰ ਪ੍ਰੋਟੋਕੋਲ ਯੂਜ਼ ਕੀਤੇ ਜਾਂਦੇ ਆ, ਪ੍ਰੋਪਰ ਡਿਸਟੈਂਸ ਫੋਲੋ ਕੀਤਾ ਜਾਂਦਾ ਹੈ, ਮਾਸਕ ਪ੍ਰੋਵਾਈਡ ਕੀਤੇ ਜਾਂਦੇ ਆ, ਡਿਸਇਨਫੈਕਟੈਂਟ ਹੈਗੇ ਜੀ ਉੱਥੇ ਸਾਰਾ ਕੁਝ। ਸੋ ਹਮੇਸ਼ਾ ਇਹ ਧਿਆਨ ਰੱਖੋ ਜਦੋਂ ਵੀ ਕੋਈ ਵੀ ਪਲਾਨ ਡਿਜ਼ਾਈਨ ਕਰਾਉਣਾ ਆ, ਇੱਕ ਵਾਰੀ ਚੰਗੀ ਤਰ੍ਹਾਂ ਪਹਿਲਾਂ ਆਪ ਸਮਝ ਲਓ, ਹੋਮਵਰਕ ਕਰ ਲਓ, ਕਾਹਲੀ ਨਾ ਕਰੋ। ਸਮਝ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜੀ ਵੀ ਇੰਸ਼ੋਰੈਂਸ ਕਰਨੀ ਹੈ ਤੁਸੀਂ ਕਰਵਾ ਸਕਦੇ। ਬਿਲਕੁਲ ਜੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਥੈਂਕ ਯੂ ਫॉर ਹੈਵਿੰਗ ਮੀ ਹੇਅਰ ਜੀ, ਥੈਂਕ ਯੂ। ਸੋ ਅੱਜ ਗੱਲਬਾਤ ਹੋਈ ਅਮਰਿੰਦਰ ਨੱਡਾ ਜੀ ਨਾਲ, ਪਲਾਨ ਇੰਸ਼ੋਰੈਂਸ ਤੋਂ ਹੈਗੇ ਨੇ, ਸਾਰੀਆਂ ਡਿਟੇਲਸ ਸਾਡੀ ਸਕਰੀਨ ਦੇ ਉੱਤੇ ਦਿੱਤੀਆਂ ਹੋਈਆਂ ਨੇ। ਜੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਨਵੀਂ ਬਾਈ ਕਰਨੀ ਹੈ ਜਾਂ ਰਿਵਿਊ ਕਰਵਾਉਣੀ ਹੈ ਤਾਂ ਇੱਕ ਵਾਰ ਕੰਟੈਕਟ ਜ਼ਰੂਰ ਕਰੋ ਪਲਾਨ ਇੰਸ਼ੋਰੈਂਸ ਨੂੰ। ਹੋਰ ਤੁਹਾਡੇ ਤੱਕ ਇਨਫੋਰਮੇਸ਼ਨ ਜਿਹੜੀ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ TV ਤੇ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।